ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। श्री राग महला पंजवा। मिठा करके खाया कौड़ा उपजया साध। भाई मीत सुरिद किए बिखया रचया बाद। जांदे बिलम न होवई विण नावै विस्माद। मेरे मानो सतगुरु की सेवा लाग। जो दिसै सो विणसना मन की मत त्याग। मेरे माना सतगुरु की सेवा लाग। जो दिसै सो विणसना मन की मत त्याग। रहाव ज्यों कूकर हरकाया धावै दह दिश जाए। लोभी जंत न जाणई भख अपख सब खाए। काम क्रोध मद व्यापया फिर जुने पाए। माया जाल पसारिया भीतर चोग बनाए। तृष्णा पंखी फासिया निकस न पाए माय। जिन कीता तिसै ना जाणई फिर आवै जाय। अनक प्रकारी मोहिया बहु विध ए संसार। जिसनू रखै सो रहै समरथ पुरख अपार। हर जाना हर लिव उदरे नानक सद बलिहार। अनक प्रकारी मोहिया बहु विध ए संसार। जिसनू रखै सो रहै समरथ पुरख अपार। हर जाना हर लिव उदरे नानक सद बलिहार। परम सन्मानयोग धन धन शब्द गुरु श्री गुरु ग्रंथ साहब जी की पावन गोद विच जुड़ बैठी गुरु प्यारी साध संगत जीओ। सतगुरु जी की गोद विच बैठ के धन गुरु गोबिंद सिंह सच्चे पातशाह महाराज जी के लखते जगर चार साहिबजादे माता गुजर कौर जी अते अनेकां गुरु के प्यारे सिख जिन्हां ने 1704 ईस्वी दे विच शहादत दे जाम पीते सन, उन्हां दी मिठी अते प्यारी याद नूं ਅਤੇ ਕਿਸਾਨੀ ਅੰਦੋਲਨ ਦੀ ਜਿੱਤ ਨੂੰ ਸਮਰਪਿਤ ਆ ਗੁਰਮਤਿ ਸਮਾਗਮ ਜੋ ਤੁਹਾਡੇ ਨਗਰ ਨਿਵਾਸੀਆਂ ਨੇ
ਸਮੁੱਚੀ ਸੰਗਤ ਨੇ, ਪ੍ਰਬੰਧਕ ਵੀਰਾਂ ਨੇ ਰਲ ਕੇ ਉਲੀਕਿਆ, ਜਿਸ ਵਿੱਚ ਆਪਾਂ ਸਾਰੇ ਬਹੁਤ ਪਿਆਰ ਨਾਲ ਹਾਜ਼ਰੀ ਭਰ ਰਹੇ ਹਾਂ। ਸਵੇਰ ਤੋਂ ਲੈ ਕੇ ਹੁਣ ਤੱਕ ਜਿੱਥੇ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਕਵਿਤਾਵਾਂ ਬੱਚਿਆਂ ਪਾਸੋਂ ਆਪ ਜੀ ਨੇ ਸਰਵਣ ਕੀਤੀਆਂ ਨੇ। ਸ਼ਹੀਦਾਂ ਦੇ ਸਰਤਾਜ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ, ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਰਾਗ ਹੈ, ਸ੍ਰੀ ਰਾਗ, ਉਸ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 50 ਦੇ ਉੱਪਰ ਸੁਭਾਏਮਾਨ ਹੈ, ਜਿਸ ਸ਼ਬਦ ਦਾ ਆਪਾਂ ਹੁਣੇ ਹੀ ਪਾਠ ਸਰਵਣ ਕੀਤਾ। ਇਸ ਪਾਵਨ ਸ਼ਬਦ ਦੀ ਜਿੱਥੇ ਆਪਾਂ ਵਿਚਾਰ ਸਾਂਝੀ ਕਰਨੀ ਹੈ, ਨਾਲ ਨਾਲ ਇਤਿਹਾਸਕ ਨੁਕਤੇ ਵੀ ਸਾਂਝੇ ਕਰਨੇ ਨੇ, ਜੋ ਸਾਡੇ ਲਈ ਮਹਾਨ ਕੁਰਬਾਨੀਆਂ ਉਹਨਾਂ ਯੋਧਿਆਂ ਨੇ ਕੀਤੀਆਂ ਨੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਬੇਨਤੀ ਹੈ, ਜਿਹੜੀਆਂ ਸਾਡੀਆਂ ਭੈਣਾਂ ਵੀਰ ਬਾਹਰ ਸੇਵਾ ਕਰ ਰਹੇ ਨੇ, ਠੀਕ ਹੈ, ਜਿਹੜੇ ਬਿਨਾਂ ਸੇਵਾ ਤੋਂ ਵੈਸੇ ਬਾਹਰ ਬੈਠੇ ਨੇ, ਆਓ ਅੰਦਰ ਆਣ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਰਲ ਕੇ ਵਿਚਾਰਾਂ ਦੀ ਸਾਂਝ ਪਾਉਣ ਦਾ ਯਤਨ ਕਰੀਏ। ਸਾਰੀ ਸੰਗਤ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਤੇ ਗੱਜ ਕੇ ਆਖੋ, ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਰਲ ਕੇ ਇੱਕ ਵਾਰ ਸ਼ਬਦ ਦੀਆਂ ਤੁਕਾਂ ਦਾ ਪਾਠ ਕਰ ਲਈਏ, ਤਾਂ ਕਿ ਸਾਡਾ ਮਨ ਸ਼ਬਦ ਦੀ ਵਿਚਾਰ ਵਾਸਤੇ ਤਿਆਰੀ ਵਿੱਚ ਆ ਸਕੇ। ਕਿਉਂਕਿ ਜਿਹੜਾ ਮਨ ਹੈ, ਇਹਦੀ ਜਿਹੜੀ ਰਫਤਾਰ ਹੈ ਹਵਾ ਨਾਲੋਂ ਵੀ ਤੇਜ਼ ਹੈ। ਇਹ ਬਾਣੀ ਦਾ ਵਾਕ ਹੈ, ਸੰਤੋ ਮਨ ਪਵਨੈ ਸੁਖ ਬਣਿਆ, ਕਿਸ ਜੋਗ ਪ੍ਰਾਪਤ ਗਣਿਆ। ਜਿਵੇਂ ਹਵਾ ਤੇਜ਼ ਹੈ, ਇੱਦਾਂ ਹੀ ਮਨ ਤੇਜ਼ ਹੈ, ਮਨ ਚੰਚਲ ਹੈ। ਅੱਜ ਸਰੀਰ ਨੂੰ ਸੁੱਖ ਦੇਣ ਵਾਲੇ ਸਾਧਨ ਤਾਂ ਮਨੁੱਖ ਨੇ ਮਿਹਨਤ ਨਾਲ, ਉਦਮ ਨਾਲ ਪ੍ਰਾਪਤ ਕਰ ਲਏ, ਪਰ ਮਨ ਤਾਂ ਫਿਰ ਵੀ ਆਵਾਜ਼ਾਰ ਹੈ, ਮਨ ਤਾਂ ਫਿਰ ਵੀ ਪਰੇਸ਼ਾਨ ਹੈ। ਜਿਨ੍ਹਾਂ ਦੇ ਅਸੀਂ ਦਿਨ ਮਨਾ ਰਹੇ ਹਾਂ, ਹਜ਼ਾਰਾਂ ਝੱਖੜ ਉਹਨਾਂ ਦੀ ਜ਼ਿੰਦਗੀ ਵਿੱਚ ਝੁੱਲੇ ਨੇ, ਪਰ ਮਜਾਲ ਹੈ ਕਿਤੇ ਉਹਨਾਂ ਨੇ ਆਪਣੇ ਅਕੀਦੇ ਤੋਂ ਡੋਲੇ ਹੋਣ। ਅੱਜ ਮਨੁੱਖ ਚੰਗਾ ਖਾ ਰਿਹਾ ਹੈ, ਚੰਗਾ ਪੀ ਰਿਹਾ ਹੈ, ਚੰਗਾ ਰਹਿ ਰਿਹਾ ਹੈ, ਚੰਗੇ ਕੱਪੜੇ ਪਾ ਰਿਹਾ ਹੈ, ਸਭ ਕੁਝ ਹੈ, ਪਰ ਫਿਰ ਵੀ ਪਰੇਸ਼ਾਨੀਆਂ ਨੇ। ਜਿਹੜੀਆਂ ਲੋੜਾਂ ਨੇ ਮਨੁੱਖ ਦੀਆਂ, ਜਿੰਨੀਆਂ ਕਿ ਨੇ, ਉਹ ਪੂਰੀਆਂ ਹੋਈ ਜਾ ਰਹੀਆਂ ਨੇ, ਪਰ ਫਿਰ ਵੀ ਆਵਾਜ਼ਾਰ ਹੈ। ਕਿਉਂ? ਕਿਉਂਕਿ ਮਨੁੱਖ ਆਪਣੀ ਜ਼ਿੰਦਗੀ ਜਿਉਣ ਦਾ ਤਰੀਕਾ ਗਵਾ ਕੇ ਬਹਿ ਗਿਆ। ਸਤਿਗੁਰੂ ਮਹਾਰਾਜ ਸਾਨੂੰ ਬਹੁਤ ਪਿਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ, ਮੇਰੇ ਮਨ ਸਤਿਗੁਰ ਕੀ ਸੇਵਾ ਲਾਗ, ਜੋ ਦਿਸੈ ਸੋ ਵਿਣਸਣਾ, ਮਨ ਕੀ ਮਤ ਤਿਆਗ। ਗੁਰਦੇਵ ਜੀ ਸਾਨੂੰ ਆਪਣੇ ਮਨ ਦੀ ਮਤ ਤਿਆਗਣ ਦੀ ਪ੍ਰੇਰਨਾ ਦੇ ਰਹੇ ਨੇ ਕਿ ਮਨ ਦੀ ਮਤ ਛੱਡੇਗਾ, ਤੇਰਾ ਜੀਵਨ ਸੁਖੀ ਹੋ ਜਾਏਗਾ। ਆਓ ਰਲ ਕੇ ਸਾਰੀ ਸੰਗਤ ਤੁਕਾਂ ਦਾ ਪਾਠ ਕਰੀਏ, ਫਿਰ ਆਪਾਂ ਵਿਚਾਰ ਸਾਂਝੇ ਕਰਦੇ ਹਾਂ। ਗੁਰਪੂਰਾ ਜਿਨ ਸਿਮਰਿਆ, ਗੁਰਪੂਰਾ ਜਿਨ ਸਿਮਰਿਆ, ਵਾਹ ਵਾਹ। ਗੁਰਪੂਰਾ ਜਿਨ ਸਿਮਰਿਆ, ਗੁਰਪੂਰਾ ਜਿਨ ਸਿਮਰਿਆ, ਸੇਈ ਭੈ ਨਿਹਾਲ, ਸੇਈ ਭੈ ਨਿਹਾਲ, ਨਾਨਕ ਨਾਮ ਆਰਾਧਣਾ, ਨਾਨਕ ਨਾਮ ਆਰਾਧਣਾ, ਕਾਰਜ ਆਵੈ ਰਾਸ, ਕਾਰਜ ਆਵੈ ਰਾਸ, ਕਾਰਜ ਆਵੈ ਰਾਸ, ਕਾਰਜ ਆਵੈ ਰਾਸ, ਗਗਨ ਦਮਾਮਾ ਬਾਜਿਓ, ਗਗਨ ਦਮਾਮਾ
ਬਾਜਿਓ। ਪਰਿਓ ਨਿਸ਼ਾਨ ਕਾਓ, ਪਰਿਓ ਨਿਸ਼ਾਨ ਕਾਓ। ਖੇਤ ਜੋ ਮਾਂਡਿਓ ਸੂਰਮਾ, ਖੇਤ ਜੋ ਮਾਂਡਿਓ ਸੂਰਮਾ। ਅਬ ਜੂਝਣ ਕੋ ਦਾਓ, ਅਬ ਜੂਝਣ ਕੋ ਦਾਓ। सूरा सो पहचानिए, सूरा सो पहचानिए। वाह वाह। जो लड़े दीन कहे तो, जो लड़े दीन कहे तो। पुरजा पुरजा कट मरै, पुरजा पुरजा कट मरै। कबू न छाड़ै खेत, कबू न छाड़ै खेत। मिठा करके खाया, मिठा करके खाया। कौड़ा उपजया साध, कौड़ा उपजया साध। मिठा करके खाया, मिठा करके खाया। भाई मीत सरिद किए, भाई मीत सरिद किए। बिखिया रचिया बादो, बिखिया रचिया बादो। ਜਾਂਦੇ ਬਿਲਾਮ ਨਾ ਹੋਵਈ, ਜਾਂਦੇ ਬਿਲਾਮ ਨਾ ਹੋਵਈ। ਵਿਣ ਨਾ ਵੈ ਵਿਸਮਾਦ, ਵਿਣ ਨਾ ਵੈ ਵਿਸਮਾਦ। ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪਾਵਨ ਬਚਨਾਂ ਦਾ ਆਪਾਂ ਰਲ ਕੇ ਪਾਠ ਕੀਤਾ। ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ। ਮੇਰੇ ਮਨ ਸਤਿਗੁਰ ਕੀ ਸੇਵਾ ਲਾਗ, ਜੋ ਦਿਸੇ ਸੋ ਵਿਣਸਣਾ ਮਨ ਕੀ ਮਤ ਤਿਆਗ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਬੇਨਤੀ ਹੈ ਕਿ ਸਾਡੇ ਸਾਰਿਆਂ ਕੋਲ ਹੀ ਲਗਭਗ ਮੋਬਾਈਲ ਫੋਨ ਹੈਗੇ ਨੇ, ਉਹਦੀ ਰਿੰਗ ਬੰਦ ਕਰ ਦਿਓ ਜਿੰਨਾ ਕੁ ਸਮਾਂ ਆਪਾਂ ਗੁਰੂ ਦੀ ਗੋਹ 'ਚ ਬੈਠੇ ਹਾਂ। ਜਦੋਂ ਮੋਬਾਈਲ ਦੀ ਰਿੰਗ ਵੱਜਦੀ ਹੈ ਸਾਰਿਆਂ ਦਾ ਧਿਆਨ ਉਖੜਦਾ ਹੈ। ਵੈਸੇ ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਜਦੋਂ ਗੁਰਦੁਆਰਾ ਸਾਹਿਬ ਆਈਏ ਨਾ, ਜਦੋਂ ਆਪਾਂ ਆਪਣਾ ਜੋੜਾ ਉਤਾਰਦੇ ਹਾਂ ਉਦੋਂ ਹੀ ਨਾਲ ਆਪਣੇ ਮੋਬਾਈਲ ਦੀ ਰਿੰਗ ਬੰਦ ਕਰ ਦਿਓ। ਤੁਸੀਂ ਕਿਸੇ ਅਫਸਰ ਨੂੰ ਮਿਲਣ ਜਾਣਾ ਹੋਵੇ, ਤੁਹਾਡੇ 'ਚ ਕੋਈ ਟੀਚਰ ਵੀਰ ਬੈਠਾ ਹੋਵੇ, ਕਲਾਸ ਵਿੱਚ ਟੀਚਰ ਪੜ੍ਹਾ ਰਿਹਾ ਹੋਵੇ, ਜੇ ਵਿਦਿਆਰਥੀ ਦੇ ਮੋਬਾਈਲ ਦੀ ਰਿੰਗ ਵੱਜੇ ਟੀਚਰ ਨੂੰ ਚੰਗਾ ਲੱਗੇਗਾ ਜੀ? ਬੋਲ ਕੇ ਦੱਸਿਓ। ਪਹਿਲੀ ਗੱਲ ਤਾਂ ਬਹੁਤੀਆਂ ਥਾਵਾਂ 'ਤੇ ਮੋਬਾਈਲ ਲਿਜਾਣ ਦੀ ਆਗਿਆ ਹੀ ਨਹੀਂ ਹੁੰਦੀ। ਤੁਸੀਂ ਕਿਸੇ ਅਦਾਲਤ ਵਿੱਚ ਜਾਣਾ ਹੋਵੇ, ਕਿਤੇ SSP ਨੂੰ ਮਿਲਣ ਜਾਣਾ ਹੋਵੇ, ਅਗਲੇ ਕਹਿੰਦੇ ਮੋਬਾਈਲ ਆਪਣਾ ਬਾਹਰ ਜਮ੍ਹਾਂ ਕਰਾ ਦਿਓ, ਜਾਣ ਲੱਗਿਆ ਲੈ ਜਾਇਓ। ਗੁਰਦੁਆਰਾ ਸਾਹਿਬ ਵੀ ਇਹ ਨੇਮ ਬਣਾਓ ਜਦੋਂ ਅਸੀਂ ਆਈਏ, ਕਿਉਂਕਿ ਇੱਥੇ ਧਿਆਨ ਉਖੜਦਾ ਵਧੋ ਵਧੀ। ਜਦੋਂ ਇੱਕ ਦੀ ਮੋਬਾਈਲ ਦੀ ਰਿੰਗ ਵੱਜੇਗੀ ਸਾਡਾ ਸਾਰਿਆਂ ਦਾ ਧਿਆਨ ਉਹਦੇ ਵੱਲ ਚਲੇ ਜਾਣਾ। ਤਾਂ ਮੇਰੀ ਹੱਥ ਜੋੜ ਕੇ ਬੇਨਤੀ ਤਰਲਾ ਹੈ
मैं ये नहीं कहता अज दे दीवान, जदों भी तुसीं गुरुद्वारा साहिब आओ, बहुत जरूरी होवे तो बाहर जाके सुन लो, नहीं तो एक बेनती करा, जदों ये चीज़ां नहीं सी हैगियां बंदा उदों भी साह लैंदा ही सी। जदों ये चीज़ां नहीं सी हैगियां उदों भी जिंदगी लंघदी सी कि नहीं लंघदी? साध संगत जी बोलो जी। सगों उदों जिंदगी थोड़ी जी होण नालों सौखी सी। सौखी इदां सी कि उदों बंदा एक दूजे नाल गल्लां करदा सी, दुख सुख फोलदा सी, दुख सुख पुछदा सी। अज बंदा इहदे विच इन्ना खुभ गया कि लागे बंदा मरने पिया, उन्हूं पुछण दा बंदे कोल बोलो जी टाइम ही है नहीं, वक्त ही है नहीं। तो ये चीज़ां बणियां सी साडे सुख लई, पर असीं इन्ना इहदे विच खुभ गए कि अज बहुते दुखां दा कारण है। जिन्ने एक्सीडेंट हो रहे हैं ना, आ बहुते स्टेटस के चक्करां च एक्सीडेंट करा के बह जाते, जो चल एक बन्ने गड्डी चलाई जानी आ ते नाल स्टेटस वो बनाई जाते अपनी गड्डी चलाउंदे दी वीडियो, तो फिर जदों नुकसान हो जाता, सुख ना अजकल पुੱਤ भी एक अद्धा ही है साडा, घटना वापर जाती फिर की आंदे आ, हाय रब ने माड़ा कीता, हाय रब ने लोड़ा मारता, हाय रब ने धक्का कीता, हाय रब जी कोई सी खो के लै गया। दसो मोबाइल रब ने लैके दिता? बोल के दसो हुण। थापियां वर्गे मोबाइल चक्की फिरदे असीं, फिर महंगे तो महंगा मोबाइल। तो जे तुसीं किसी दे धी पुੱਤ नूं कह के वेख लो तो अजकल नक ते मक्खी बोलो भैणो, अगला कहता तू कह के जाएगा कित्थे? पर जिंदगियां कीमती बड़ियां, नुकसान हो जाए तो फिर अमनदीप हॉस्पिटल अगले को पग बनने का टाइम है नहीं। जिमें मंडी में बोरियां नहीं सींदे, उत्थे छड़ंगे मारी जाते, इदा अगले बस टंके ला ला के ऑपरेशन थिएटर च टाइम ही नहीं, वक्त ही नहीं, क्योंकि एक्सीडेंट इन्ने हो रहे हैं। तो कुछ एक्सीडेंट होंदे, चलो कुछ घटना वापर गई, पर कुछ बंदियां दियां अपनियां भी गलतियां हैगियां ਜਿਹੜੀਆਂ ਅਸੀਂ सुधारन ਲਈ ਤਿਆਰ नहीं हाँ। घरों धी पुੱਤ साडा तुरदा, आ गड्डियां विच सेफ्टी बिल्ट लगियां, बहुते तो अपनी बेइज्जती समझते आ भी मैं सेफ्टी बिल्ट लावां क्यों, पता लग गया की कही जाणगे। दूजा जे किते लाउण की कोशिश भी करेगा उन्होंने हुज्जां मारनगे, साडा मामा SHO लगा इत्थे, मेरा चाचा थाणेदार इत्थे, भी जदों मत्था पटना तेरे मामे दा पटना, जदों नासां पटनियां उदों ताए चाचे दी नहीं पटनियां, उदों नुकसान तेरा होना। तुहाडे विचों कईयां दे धी पुੱਤ विदेशां च होणे, उन्होंने पुछ के वेखिओ, घर तो 1 किलोमीटर भी दूर जाना तो अगले गड्डी स्टार्ट मगरों करदे आ, ते सेफ्टी बिल्ट उच्ची बोलो पहला लाउंदे आ। अक्सर कंपनी ने जे विच उहदे बिल्ट लाई आ तो फायदे लई लाई कि नुकसान लई जी? बोलो जी फायदे लई। अच्छा असीं बिल्ट लाउण नूं तैयार नहीं, मुड़ के पंडां दियां पंडां पैसे डॉक्टरां कोल चक्की फिरदे आ जी, किहदी लत्त टुट गई, किहदी बांह टुट गई, किहदी अख बाहर आ जाती आ, फिर की शरीर उहो जिहा बनदा जदों एक बार घटना वापर जाए? बोल के दसो जी। तो जे कोई सानूं पहलां अकल दे देवे तो लै लैनी चाहिए कि नहीं लैनी चाहिए? सियाणे बन जाइए, सूझवान बन जाइए। जे इन्ना जरूरी आ गड्डी साइड ते ला के गल सुन लो, बहुत जरूरी आ तो साइड ते गड्डी लाओ। कई बंदे कुब्बे हो गए मोटरसाइकिलों से, इदा ना ऐ कन्न च मोबाइल अड़ाया होंदा, वेखिया ना तुसीं कई भी इन्ना किहड़ा जरूरी है, उत्थे जाके ताश ही खेडनी आ, 10 मिनट खलो के गल कर ला किसी नाल, नुकसान हो गया। माफ़ करना जो सच है। तो मैनूं कई कहते जी गुरुद्वारे गल्लां करनियां जरूरी आ, मैं कहा हाँ जी। आंदा क्यों? मैं कहा भोग भी तो गुरुद्वारे पैना। जे आपां अगों दे जे चेतीए, बोलो जी अगों दे तां चेतीए तां कायत मिले सजाए। जे बिपता पैण तो पहला बिपता की तैयारी कर लीए तो शायद बिपता टल जाए। मैं कहना रोज़ गुरुद्वारियां 'च गल्लां होणियां चाहिदियां। हो सकदा किसी के कंन एक अद्धी गल पै के ते समझ आए, जदों घटना वापरे तो लोग कहना पिंड दा ग्रंथी रोज़ कू कू के कहंदा सी, पर साडे लोकां ने उहदी गल सुनी ना। घरों पुੱਤ धी तुर लगदा ना, उदों कह दिया करो पुੱਤ बिल्टां लाओ, सेफ्टी बिल्ट लाओ, तो एक ध्यान नाल गड्डी चलाओ, कह दो कोई फर्क नहीं पैंदा। घरों ये सिक्ख्या दे के तोरो, क्योंकि गड्डियां सुख नाल अजकल कोई टावां घर ही रह गया, जिन्नी क बंदे की समर्था माड़ा मोटा अपना साधन लैके जरूर रखदा, पर इनू रोड ते चलन दे भी नियम जरूर सिखो जरूर। तो खैर जिहड़ी मैं गल कर रहा सी, गुरु पंजवें पातशाह महाराज कहंदे मेरे मन सतगुरु की सेवा लाग। जिवें हुण वेखो प्रशादे पक रहे आ, दालां बन रहीआं ने,
झाड़ू पोचे, ये सब गुरु की सेवा च आउंदा है, क्योंकि गुरु नाल जुड़ियां हुई चीज़ां ने। भावें लंगर बनाउणा है, लंगर वरताउणा है, दरियां झाड़नियां ने, ये सब चीज़ां सेवा है। भावें कोई लंगर बना रहा है, भावें कोई लंगर वरता रहा है, भावें कोई बाहर जोड़ियां की सेवा कर रहा, कोई साइकिल स्टैंड है, जो भी तुसी जिन्ना भी तुहाडा गुरुद्वारे नाल काम जुड़िया होया है, सेवा ला लो। कई बारी आपां रस्ते विच मिट्टी पाउने आ, ये भी एक सेवा समाज की, ये सब चीज़ां सेवा ने। पर मैं कई बारी महसूस करदा जिहड़ी मेन सेवा वो छाड़ी बैठे, वो किहड़ी सी भला? गुरु पंजवें पातशाह का शब्द है, 50 नंबर अंक है गुरु ग्रंथ साहब का। जिन्हां घरां च पोथियां हैगियां कोशिश करिया करो, आप बाणी पढ़िया करो। गुरु पंजवें पातशाह जी कहते, मेरे मन, हे मेरिया मना, सतगुर की सेवा लाग, गुरु की सेवा विच लग जा। गुरु की सेवा की है? जो दिसै सो विणसणा, मन की मत त्याग। मन की भैड़ी सोच, भैड़ी मत नूं छड्डना भी गुरु की सेवा है। हुण जिहड़ी हुण मान लो एक बंदा लंगर वरताउंदा भी है, लंगर बनाउंदा भी है, झाड़ू पोचे भी लाउंदा, सब कुछ करदा, पर उहदे ख्याल चंगे नहीं, मत भैड़ी लैके तुरिया फिरदा। समझदे हो मेरी गल? मान लो किसी मठी ते दीवा भी जगाउंदा है, कर्म कांड भी करदा है, अंदर विषय विकार, हुण शरीर के तल उपर बाहरी तो सेवा करी जा रहा है, पर मन की माड़ी सोच छड्डण नूं तैयार नहीं। जिहड़ी माड़ी सोच हुंदी है ना इंसान की, ये जिंदगी च मनुख नूं दुखी करदी। तुसीं हुण रात नूं सुत्ते जे अपने घर, जे तुहाडी सोच चंगी होएगी ना, तो चादर भावें सधारण जी भी तुहाडे थल्ले विछाई है ना, सधारण जे मंजे ते भी तुहानूं वधिया नींद आ जू। तो जे सोच माड़ी होवे ना, फिर भावें बैड 20,000 ते भी बंदा सुता होवे ना, सोच माड़ी समझो किदां भी, जाने कि तुहाडे पिंड च कोई ट्रैक्टर नवां लैके आया तुहाडा गवांढी, तो तुहाडे दिमाग च ये आई जांदा भी ये ट्रैक्टर क्यों लै आया, हाए इन्हां ने गड्डी क्यों लै आंदी, हाए इन्हां दा इन्हां कारोबार किदां खड़ा कर लिया। ये की आ? ये है माड़ी, उच्ची बोलो जी, माड़ी सोच। अच्छा, तरक्की उन्हें कीती ते नींद साडी उड़ गई, अगे वो वधिया तो नींद साडी उड़ गई। ये की है? माड़ी सोच। इसे माड़ी सोचों फिर बुरी नज़र वाले, तेरा मूँह काला, निंबू मिर्चां, कई कुछ साडे समाज विच टंगिया हुंदा, किन्ना कुछ। असीं कल हरियाणे समागम ते गए, उत्ते बहुत महंगी गड्डी, मेरे ख्याल 15 लाख की होनी गड्डी, वो 1520 लाख की गड्डी, वो पिछे छित्तर टंगिया। तो मैं मनप्रीत सिंह क्या फोटो ला के लिया, 20 लाख की करीब वो गड्डी है, वो पिछले बन्ने छित्तर च मोरी करके ना पक्का ही पिछले बन्ने जिहड़ा पिछला बंपर है वो नाल पक्का ही टंगिया होया। जानी कि ये छित्तर काहदे लई टंगिया भला? भी साडी गड्डी नूं कोई, हुण इहनूं इदां समझो कि बंदे ने पैंट कोट पाया होवे 20-30 हज़ार का, जुत्ती होवे पैरी 2,000 की, पग वधिया होवे टौहरी, हाँ जी, तो मुड़ के घर दे कहण हाए किन्ना सोहना लगदा, तो फिर कई तो बीबियां तवा चुकी फिरदियां उहदे मगर भी इहनूं माड़ी जी ला दईए, कालख ला दईए, इहनूं नज़र ना लग जाए। कख नहीं हुंदा, ये नज़रां नुज़रां दा गुरमत विच कोई वहम नहीं करना, ना जी ना, कोई वहम नहीं करना। जे तुसी गुरु दे कोल बह के भी जे इन्हां चीज़ां दा डर है, फिर तो सेम इदां ही आ भी सिंह शरण कत जाइए जो जंबुक ग्रास है, तब गुण कहा जगत गुरा, रब जी तुहाडे गुण ही की होए जे मेरी माड़ी सोच का नाश ही नहीं होना। तो वारिस शाह आंदा सी आदतां नहीं जांदियां, वारिस शाह ना आदतां जांदियां जी भावें कट्टिए पोरियां पोरियां जी। वारिस शाह ने आख्या सी ना आदतां नहीं जांदियां, गुरमत ने वारिस शाह नूं झूठियां कीता। गुरमत आंदी वारिस शाह जे आदतां नहीं जांदियां फिर गुरु का जीवन च रोल की होया? मान लो किसी बंदे की आदत बदलनी नहीं, फिर गुरु की तो कोई अहमियत ना हुई ना भाई, इत्थे आदतां बदलदियां वा। चोरियां करन वाले बंदे जिंदगी विच गुरु की सिक्ख्या लै लैण ते परोपकारी भी बन जाते हैं। वड्डे वड्डे गैंगस्टर अत दे नशेड़ी गुरु की सिक्ख्या लै लैण तो जिंदगी विच लोक भलाई दे काम भी कर लग पैंदे ने। तुसीं अपनी जिंदगी च कई इंसान वेखे होने ने कहणगे भाई सारी जिंदगी नशियां च लंघी इहदी, सारी जिंदगी दे पुठियां कम्मां च लंघी, पर अज गुरु वाला बन गया, अज चंगे काम कर लग पिया।
ਜ਼ਿੰਦਗੀ ਸਵਰਗ ਬਣ ਗਈ, ਜ਼ਿੰਦਗੀ ਸੋਹਣੀ ਬਣ ਗਈ। ਤੋ ਜਿਨ੍ਹਾਂ ਮਹਾਨ ਯੋਧਿਆਂ ਦੀ ਅਸੀਂ ਗੱਲ ਬਾਣੀ ਦੇ ਮੁਤਾਬਕ ਕਰ ਰਹੇ ਹਾਂ, ਸਤਿਗੁਰੂ ਜੀ ਕਹਿੰਦੇ ਆਪਣੇ ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਦਾ ਉਪਦੇਸ਼ ਲੈ ਕੇ ਆਪਣੇ ਮਨ ਦੀ ਭੈੜੀ ਸੋਚ ਤਿਆਗਦੇ। ਮੇਰੇ ਮਨ ਸਤਿਗੁਰੂ ਕੀ ਸੇਵਾ ਲਾਗ, ਜੋ ਦੀਸੇ ਸੋ ਵਿਣਸਣਾ ਮਨ ਕੀ ਮਤ ਤਿਆਗ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ। ਅੱਜ 20 ਦਸੰਬਰ ਹੈ। ਅੱਜ ਦੀ ਰਾਤ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੁੱਚੇ ਪਰਿਵਾਰ ਦੀ ਆਖਰੀ ਰਾਤ ਹੈ। 20 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦਾ ਸਮੁੱਚਾ ਪਰਿਵਾਰ ਆਨੰਦਪੁਰ ਸਾਹਿਬ ਸਦਾ ਲਈ ਛੱਡ ਦਿੰਦੇ ਨੇ। 1704 20 ਦਸੰਬਰ ਦੀ ਆਖਰੀ ਰਾਤ ਹੈ, ਜਦੋਂ ਗੁਰੂ ਗੋਬਿੰਦ ਸਿੰਘ, ਇੰਜ ਕਹਿਓ ਕਿ ਤੁਸੀਂ ਆਪਣੇ ਪਰਿਵਾਰ 'ਚ ਬੈਠੇ ਹੋ, ਤੁਹਾਡੀ ਪਤਨੀ ਵੀ ਹੋਵੇ, ਤੁਹਾਡੇ ਦਾਦੀ ਵਿੱਚ ਹੋਵੇ, ਤੁਹਾਡੇ ਬੱਚੇ ਹੋਣ, ਤੁਸੀਂ ਸਾਰੇ ਇਕੱਠੇ ਬੈਠੇ ਹੋ, ਅਤੇ ਇੱਕ ਰਾਤ ਐਸੀ ਤੁਹਾਡੀ ਜ਼ਿੰਦਗੀ 'ਚ ਆਵੇ ਕਿ ਉਹ ਤੋਂ ਬਾਅਦ ਤੁਹਾਡੇ ਪਰਿਵਾਰ ਦੇ 3 ਹਿੱਸੇ ਹੋ ਜਾਣੇ ਨੇ। ਸੋਚ ਕੇ ਵੇਖੋ ਇੱਕ ਵਾਰ। ਅਸੀਂ ਆਉਂਦੇ ਹਾਂ, ਲੰਗਰ ਛਕਦੇ ਹਾਂ, ਦਾਲ ਪ੍ਰਸ਼ਾਦੇ ਬਣਾਉਂਦੇ ਹਾਂ ਅਤੇ ਘਰਾਂ ਨੂੰ ਚਲੇ ਜਾਂਦੇ ਹਾਂ। ਤਾਂ ਹੁਣ ਥੋੜ੍ਹਾ ਜਿਹਾ ਫਰਕ ਪੈ ਗਿਆ। ਅੱਗੇ ਇਹਨਾਂ ਦਿਨਾਂ ਵਿੱਚ ਕੋਈ ਆਪਣੇ ਪੁੱਤਰ ਧੀ ਦਾ ਆਨੰਦ ਕਾਰਜ ਨਹੀਂ ਸੀ ਕਰਦਾ। ਕਹਿੰਦਾ ਮੈਂ ਕਿੱਦਾਂ ਖੁਸ਼ੀ ਮਨਾਵਾਂ। ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਚੇਤੇ ਆਉਂਦਾ, ਜਿਨ੍ਹਾਂ ਨੇ ਆਪਣਾ ਆਪ ਸਾਡੇ ਤੋਂ ਕੁਰਬਾਨ ਕੀਤਾ। ਰਾਤ ਮਾਂ ਸੁੱਤੀ ਹੋਵੇ, ਕਿਤੇ ਉਹਦੇ ਬੱਚੇ ਦਾ ਹੱਥ ਰਜਾਈ 'ਚੋਂ ਬਾਹਰ ਰਹਿ ਜਾਏ ਅਤੇ ਲਾਗੇ ਸਵੇਰੇ ਉੱਠ ਕੇ ਦਾਦੀ ਕੋਸਦੀ ਹੈ ਜਾਂ ਮਾਂ ਆਪਣੇ ਆਪ ਨੂੰ ਲਾਹਣਤਾਂ ਪਾਉਂਦੀ ਹੈ, ਤੇਰੀ ਕਿੱਦਾਂ ਅੱਖ ਲੱਗ ਗਈ, ਤੇਰੇ ਬੱਚੇ ਦੀ ਹੱਥ ਬਾਂਹ ਪੈਰ ਤੇਰੇ ਬੱਚੇ ਦਾ ਰਜਾਈ 'ਚੋਂ ਬਾਹਰ ਰਹਿ ਗਿਆ। ਅਤੇ ਕਿੱਡਾ ਪ੍ਰੀਖਿਆ ਦਾ ਸਮਾਂ ਹੈ। ਵਰਖਾ ਵੀ ਹੋ ਰਹੀ ਹੈ, ਮੀਂਹ ਵੀ ਪੈ ਰਿਹਾ, ਪੋਹ ਦੀਆਂ ਉਹ ਰਾਤਾਂ, ਠੰਡ ਵੀ ਅੱਤਦੀ ਹੈ, ਅਤੇ ਦੁਸ਼ਮਣ ਵੀ ਸਿਰ ਚੜ੍ਹ ਕੇ ਆ ਰਿਹਾ। ਯਾਨੀ ਕਿ ਇੰਝ ਕਹਿ ਲਓ ਵੀ ਹਰ ਇੱਕ ਚੀਜ਼ ਹੀ ਦੁਸ਼ਮਣ ਦੇ ਵੱਲ ਖਲੋਤੀ ਹੈ। ਕਾਹਦੇ ਲਈ? ਜਦੋਂ ਪਰਖ ਹੁੰਦੀ ਹੈ ਨਾ, ਇਮਤਿਹਾਨ ਹੁੰਦਾ, ਐਗਜ਼ਾਮ ਹੁੰਦਾ ਨਾ, ਜਦੋਂ ਉਹ ਪੇਪਰ ਹੀ ਕਾਹਦਾ ਜਿਹੜਾ ਸੌਖਾ ਹੋਵੇ। ਜਦੋਂ ਅਗਲੇ ਪੇਪਰ ਪਾਤਾ, ਫਿਰ ਉਸ ਪੇਪਰ 'ਚੋਂ ਪਾਸ ਹੋਣਾ। ਅਗਲਿਆਂ ਨੂੰ ਜਦੋਂ ਪੇਪਰ ਟਫ ਸੀ, ਪੇਪਰ ਔਖਾ ਸੀ, ਉਹ ਪੇਪਰ ਪਾਸ ਕੀਤਾ। ਅਤੇ ਅੱਜ ਅਰਦਾਸ ਵਿੱਚ ਵੀ ਉਹਨਾਂ ਯੋਧਿਆਂ ਦਾ ਨਾਮ ਹੈ। ਸਾਡੇ ਘਰ ਵੀ ਬੱਚੇ ਨੇ, ਜਿੱਦਣ ਅਸੀਂ ਮਰਨਾ, ਸਾਡੇ ਘਰੋਂ ਕੋਈ ਜਾਊਗਾ ਉਦਣ ਹੀ ਮਰ ਜਾਣਾ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਚਮਕਦਾ ਰਹੇਗਾ। ਐਵੇਂ ਨਹੀਂ ਸੀ ਅੱਲਾ ਯਾਰ ਖਾਂ ਜੋਗੀ ਨੇ ਆਖਿਆ, ਕੋਈ ਉਹਨੂੰ ਕੋਈ ਪੈਸੇ ਦੇ ਕੇ ਤਾਰੀਫ ਕਰਾਈ ਸੀ? ਕੋਈ ਪੈਸੇ ਦੇ ਕੇ ਤੇ ਅੱਲਾ ਯਾਰ ਖਾਂ ਜੋਗੀ ਕੋਲੋਂ ਕਿਸੇ ਨੇ ਵਡਿਆਈ ਨਹੀਂ ਨਾ ਕਰਾਈ। ਉਹ ਵਡਿਆਈ ਅੱਲਾ ਯਾਰ ਖਾਂ ਜੋਗੀ ਦੀ ਸੁਰਤ ਵਿੱਚੋਂ ਨਿਕਲੀ। ਕਰਤਾਰ ਕੀ ਸੌਗੰਧ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਉਹ ਕਮ ਹੈ। ਕਹਿੰਦਾ ਮੈਂ ਜਿੰਨੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਕਰਾਂ ਉਹ ਘੱਟ ਹੈ। ਜਿੰਨੀ ਮੈਂ ਕਰ ਜਾਵਾਂ ਨਾ, ਮੈਂ ਆਪਣੇ ਆਪ ਨੂੰ ਇਹ ਸਮਝਾਂਗਾ ਮੈਂ ਵਡਿਆਈ ਪੂਰੀ ਨਹੀਂ ਕਰ ਸਕਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਜ਼ਿੰਦਗੀ 'ਚ 14 ਜੰਗਾਂ ਲੜੀਆਂ ਉਹਨਾਂ ਨੇ। 13 ਜੰਗਾਂ ਸਿਰਫ ਪਹਾੜੀ ਰਾਜਿਆਂ ਨਾਲ ਲੜੀਆਂ ਨੇ। ਇੱਕ ਜੰਗ ਹੈ ਚਮਕੌਰ ਸਾਹਿਬ ਦੀ, ਜਿਹਦੇ ਵਿੱਚ ਔਰੰਗਜ਼ੇਬ ਦੀ ਫੌਜ ਸ਼ਾਮਲ ਹੈ। 13 ਜੰਗਾਂ ਪਹਾੜੀ ਰਾਜਿਆਂ ਨਾਲ ਹੀ। ਪਹਾੜੀ ਰਾਜਿਆਂ ਨਾਲ ਕਾਹਦੀਆਂ ਜੰਗਾਂ ਸੀ? ਕਿਉਂਕਿ ਪਹਾੜੀ ਰਾਜੇ ਬਹੁਤ ਤੇਜ਼ ਸੀ। ਉਹ ਟੈਕਸ ਲੈਂਦੇ ਸੀ ਪਬਲਿਕ ਕੋਲੋਂ। ਕਮਾਲ ਦੀ ਗੱਲ ਤੁਸੀਂ ਵੇਖੋ, ਦਬਾਅ ਪਾਉਂਦੇ ਸੀ ਆਮ ਪਬਲਿਕ ਉੱਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਅਤੇ ਕਿੱਡੀ ਕਮਾਲ ਦੀ ਗੱਲ, ਜਦੋਂ ਔਰੰਗਜ਼ੇਬ ਉਹਨਾਂ ਕੋਲੋਂ ਮਾਲੀਆ ਲੈਣ ਵਾਸਤੇ ਪਿੱਛੇ ਆਉਂਦਾ ਸੀ, ਇਹ ਫਿਰ ਹੈਲਪ ਮੰਗਦੇ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲੋਂ। ਮਹਾਰਾਜ ਉਹਨਾਂ ਦੀ ਮਦਦ ਕਰਦੇ ਸਨ, ਉਹਨਾਂ ਦੀ ਹੈਲਪ ਕਰਦੇ ਸਨ। ਪਰ ਗੁਰੂ ਗੋਬਿੰਦ ਸਿੰਘ ਜੀ ਦੀ ਚੜ੍ਹਤ ਉਹਨਾਂ ਨੂੰ ਪ੍ਰਵਾਨ ਨਹੀਂ ਸੀ। ਜਦੋਂ ਪ੍ਰਸਾਦੀ ਹਾਥੀ ਵੇਖਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵੀ ਚੌਰ ਕਰ ਰਿਹਾ ਗੁਰੂ ਸਾਹਿਬ ਦੇ ਉੱਪਰੋਂ, ਕੀਮਤੀ ਸੁਗਾਤਾਂ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਪਈਆਂ ਨੇ। ਇਹ ਜਿਹੜੀ ਜੈਲਸੀ ਹੁੰਦੀ ਹੈ ਨਾ, ਬੜੀ ਖਤਰਨਾਕ ਚੀਜ਼ ਹੁੰਦੀ ਹੈ। ਤੁਹਾਡੇ ਘਰ ਆਪਣੇ ਸੋਫਾ ਪਿਆ, ਭਾਵੇਂ ਜਿੱਡਾ ਮਰਜ਼ੀ ਵਧੀਆ, ਕਈ ਵਾਰੀ ਆਪਾਂ ਕਿਸੇ ਦੇ ਘਰ ਜਾਂਦੇ, ਉੱਥੇ ਵਧੀਆ ਸੋਫਾ ਵੇਖ ਕੇ ਸਾਡਾ ਉਹਦੇ 'ਤੇ ਬਹਿਣ ਨੂੰ ਜੀ ਕਰਦਾ ਹੀ ਨਹੀਂ। ਅਗਲਾ ਤੁਹਾਨੂੰ ਚਾਅ ਨਾਲ ਚੀਜ਼ਾਂ ਵਿਖਾਉਂਦਾ, ਆਹ ਪਰਦੇ ਵੇਖੋ, ਆਹ ਖਿੜਕੀਆਂ ਵੇਖੋ, ਆਹ ਬੈੱਡ ਵੇਖੋ। ਉਹ ਤੁਹਾਨੂੰ ਚਾਅ ਨਾਲ ਵਿਖਾ ਰਿਹਾ ਅਤੇ ਬੰਦਾ ਅੰਦਰੋਂ ਦੁਖੀ ਆ। ਇਹਨੂੰ ਕਹਿੰਦੇ ਜੈਲਸੀ, ਸਾੜਾ। ਅੱਛਾ, ਸਮਾਨ ਅਗਲੇ ਦੇ ਘਰ ਪਿਆ, ਰਿੱਝੀ ਆਪਾਂ ਜਾਣੇ। ਇਹ ਨੀਅਤ ਪਹਾੜੀ ਰਾਜਿਆਂ ਦੀ ਵੀ ਸੀ। ਉਹ ਕਹਿੰਦੇ ਪ੍ਰਸਾਦੀ ਹਾਥੀ ਸਾਡੇ ਘਰ ਹੀ ਹੋਵੇ, ਕੀਮਤੀ ਸੁਗਾਤਾਂ ਸਾਡੇ ਘਰ। ਇਹ ਜਿਹੜੀ ਨੀਅਤ, ਇੱਕ ਬੇਨਤੀ ਸੁਣਿਓ ਧਿਆਨ ਨਾਲ ਸਾਧ ਸੰਗਤ। ਗੁਰੂ ਅਮਰਦਾਸ ਜੀ ਦਾ ਜਦੋਂ ਵਾਕ ਪੜ੍ਹਦੇ ਨਾ ਗੁਰੂ ਗ੍ਰੰਥ ਸਾਹਿਬ 'ਚੋਂ, ਨਾਨਕ ਘਰ ਹੀ ਬੈਠਿਆਂ ਸ਼ਹਿ ਮਿਲੈ ਜੇ ਨੀਅਤ ਰਾਸ ਕਰੇ।
जे बंदे दी नीयत साफ आ ना, घर दे नलके का पानी, घर की टूटी का पानी भी किसी धार्मिक स्थान तो लियाते हुए पानी जल नालों घट नहीं। जे नीयत माड़ी है फिर तो बंदा सरोवर चो जल लैके भी उन्होंने जहर बना सकता है। आप जो साका ननकाना वापरदा, उस तो पहला तरन ताਰਨ ਦੇ ਸਰੋਵਰ ਚੋਂ ਜਿਹੜੇ महंत लोग ਹੁੰਦੇ ਸੀ, ਉਹ जल लैके पानी लैके शराबां ਕੱਢਦੇ ਰਹੇ, क्योंकि नीयत माड़ी है। जे तुहाडी नीयत साफ है तो तुहाडे वास्ते घरे रब है। जे नीयत माड़ी है, तुसीं भावें कहो मैं 5 तख्तां की यात्रा कर आया, नीयत माड़ी हुंदी ना। कई गुरुद्वारियां च गठड़ी घर क्यों बनया हुंदा भला, जोड़ा घर क्यों बनया हुंदा जी भला, काहदे लई भला? ਸਰੋਵਰਾਂ ਦੇ ਕੰਢਿਆਂ ਤੋਂ ਕਈਆਂ ਦੇ ਤੌਲੀਏ ਚੋਰੀ ਹੋ ਜਾਂਦੇ ਆ। ਤੌਲੀਏ ਨੂੰ ਕਿਹੜੇ ਪੈਰ ਲੱਗੇ ਆ? ਅਕਸਰ ਤੇ ਵਿੱਚੋਂ ਹੀ ਕੋਈ ਨਾ ਕੋਈ ਚੁੱਕ ਕੇ ਲਿਆਉਂਦਾ ਨਾ। ਉਹ ਅਗਲੇ ਸੋਚ ਕੇ ਜਾਂਦੇ ਵੀ ਜਿਹੜਾ ਪਿਛਲੀ ਪੁੰਨਿਆਂ ਦਾ ਲਿਆਂਦਾ ਹੁਣ ਪੁਰਾਣਾ ਹੋ ਗਿਆ, ਹੁਣ ਨਵਾਂ ਲੈ ਆਈਏ। ਕਈਆਂ ਸਹੁੰ ਖਾਧੀ ਹੁੰਦੀ ਵੀ ਜ਼ਿੰਦਗੀ 'ਚ ਤੌਲੀਆ ਮੁੱਲ ਨਹੀਂ ਲੈਣਾ, ਮੱਸਿਆ ਪੁੰਨਿਆਂ ਤੋਂ ਹੀ ਚੁੱਕ ਕੇ ਲੈ ਕੇ ਆਉਣਾ। ਉਹ ਕਈਆਂ ਦੇ ਫਿਰ ਕੱਪੜੇ ਉੱਥੇ ਗਵਾਚ ਜਾਂਦੇ, ਗਠੜੀਆਂ ਗੁਠੜੀਆਂ ਚੁੱਕ ਲਿਆਉਂਦੇ। तो गुस्सा ना मनायो। सब तो वध आण के नाटक गुरुद्वारे इहो ਜਿਹੇ लोग करते फिर उच्ची उच्ची सतनाम सतनाम सतनाम। शक पैण लगता भी तू मूँह च कहदा, पर वो दसना चाहता वो एवें ना मैनू चोर चोर समझो, मैं नाम भी जपदा जे, मैं रब दा नाम भी लैंदा जे। तो गुरुदेव पिता महाराज बाणी विच कहंदे ने, नहावन चले तीरथी, अगे बोलो, मन खोटे, मन विच खोट है, तन दा चोर आ, छाल मार के ट्राली च बह गया, ट्रक च बह गया। नहावन चले तीरथी, मन खोटे तन चोर, एक भौ लथी नहात्या, दोए पा चढ़ी असहोर। बाहर धोती, बोलो जी, तूंबड़ी तुम्मा समझदे हो? हुण तां तुम्मे भी गां कित्थे रह गए। तुम्हें आम बजुर्ग अपनिया घरां च चार पाउंदे सी, मझां नूं विच जवैण पा देनी, खंड पा देनी, अचार पाउंदे सी तुम्मिਆਂ ਦਾ, कईयां ਕੰਮਾਂ ਲਈ ਵਰਤਿਆ ਜਾਂਦਾ ਸੀ। तुम्मा कौड़ा हुंदा, ਉਹਨੂੰ ਤੁਸੀਂ ਜਿੰਨਾ ਮਰਜ਼ੀ ਪਾਣੀ 'ਚ ਡੁਬੋ ਛੱਡੋ, ਜਦੋਂ ਪੜੋਗੇ ਉਹਦੇ ਅੰਦਰੋਂ ਕੜੱਤਣ ਉੱਦਾਂ ਹੀ ਨਿਕਲਣੀ। ਇੱਥੇ ਗੱਲ तुम्मे ਦੀ ਹੋ ਰਹੀ ਆ, ਇੱਥੇ ਗੱਲ ਬੰਦਿਆ ਤੇਰੀ ਸੋਚ ਦੀ ਹੋ ਰਹੀ ਆ। कहणगे बाहर धोती तूंबड़ी, अंदर वेसन कोर। बाहरों तुम्मा जिन्ना मर्जी धोई जाओ, पर अंदर वो वेस वा। साध भले अन नहातियां, चोर से चोरा चोर। इत्थे हुण साध का अर्थ की है? जिहड़ा बंदा अंदरों बाहरों एक वा ना, उन्होंने कोई बंदा कहे चल फलाने थां ते यात्रा करिया, कहंदा भरावा पैसे है नहीं, मझां चार आ घर, इन्हां नूं पट्ठे भी पाउणे आ, इन्हां दा दुध वेच के अपने घर का गुजारा भी करना, मेरे को टाइम है नहीं। वो इदां कहंदा क्यों? कहंदा मेरे को टाइम है नहीं। पर जिंदगी च उन्हें किसी दा हक नहीं मारिया, जिंदगी च उन्हें किसी नाल बेईमानी नहीं की। एक बंदा यात्रा करके आया, कहंदा मैं फलाणियां थावां ते यात्रा कर आया। गुस्सा ना मनायो, यात्रा करन वाला उत्थों चोरी चीज़ लै आवे चुक के, ये गया नहीं पिंडों, इन्हें मझां नूं पट्ठे पाए ने। सतगुरु जी कहंदे वो मझां नूं पट्ठे पाउण वाला तेरे नालों चंगा निकले। तू लोगों के मुताबिक बड़ा धर्मी है, पर तेन गुरमत ने प्रवान नहीं किया। क्यों? क्योंकि तू तो उतों समान चुक लिया, तू तो उतों चोरी करके ले आया। इन्हें कम से कम किसी का नुकसान तो नहीं ना किया। ये तो खेतों च सवेरे जाता सी, पट्ठे वढ़ के मझां नूं लिया के पाउंदा सी, मझां दुध दिंदियां सी। कम से कम इसकी मेहनत नाल 5-7 घरां च दुध तो जाता ही सी ना। कम से कम इसकी मेहनत नाल 2-4 घरां च दुध तो जाता ही सी। तू तो चोर का चोर निकले। साध भले अन नहात्या, चोर से चोरा। हुण इहदा अर्थ ये ना समझो भी मैं जान तो रोक रहा, जाओ, पर सतगुरु जी कहते जाके कोशिश कर कि मैं कोई उतों चोरी करके ना लैके आवां, सोच बदल के आवां। इतिहासक स्थानां ते जाण दा मन तो पता की होना चाहिए, मैं उतों प्रेरणा लैके आवां। जिवें चमकौर साहब जावां, फतेहगढ़ साहब जावां, उतों मैं सिक्ख्या लैके आवां भी ये वो जगह है जिथे मेरे सतगुर ने अपने साहब अपने जान तो प्यारे पुत कुर्बान कर दिते। मैं घरों मोना जावां, क्लीन शेप जावां तो उतों प्रण करके आवां कि मैं सोहनी दस्तार सिर ते सजाउणी है। मैं अज तो बाद कई सवाल करनगे जी केस रखने जरूरी ने, ये सवाल ही गलत है। उन्होंने अग्यों को जी कटाने जरूरी है,
बोलो साध संगत जी, ਜਿਹੜਾ ਬੰਦਾ ਇਹ ਸਵਾਲ ਕਰਦਾ ਜੀ ਕੇਸ ਰੱਖਣੇ ਜ਼ਰੂਰੀ ਆ, ਕਦੀ ਇਹ ਸਵਾਲ ਕੀਤਾ ਜੀ ਬਾਂਹ ਰੱਖਣੀ ਜ਼ਰੂਰੀ ਆ, ਅੱਖ ਰੱਖਣੀ ਜ਼ਰੂਰੀ ਆ, ਨਾਸਾਂ ਰੱਖਣੀਆਂ ਜ਼ਰੂਰੀ ਨੇ, ਅੱਖਾਂ ਰੱਖਣੀਆਂ ਜ਼ਰੂਰੀ ਨੇ, ਇਹ ਤੇ ਮੇਰੇ ਸਰੀਰ ਦੇ ਅੰਗ ਨੇ। ਕੇਸ ਵੀ ਇਦਾਂ ਹੀ ਮੇਰੇ ਸਰੀਰ ਦੇ, ਉੱਚੀ ਬੋਲੋ ਜੀ, ਅੰਗ ਨੇ। ਨਾਲੇ ਆਪਣੇ ਘਰਾਂ 'ਚ ਪੁੱਛ ਕੇ ਵੇਖਿਓ, ਜਦੋਂ ਘਰ 'ਚ ਪਿਤਾ ਪੱਗ ਬੰਨ੍ਹਦਾ, ਦਸਤਾਰ ਸਜਾਉਂਦਾ, ਪਰਿਵਾਰ 'ਚ ਪੁੱਛ ਕੇ ਵੇਖਿਓ, ਇੱਕ ਫੋਟੋ ਬਿਨਾਂ ਦਸਤਾਰ ਤੋਂ, ਇੱਕ ਫੋਟੋ ਦਸਤਾਰ ਵਾਲੀ ਹੋਵੇ, ਆਪਣੇ ਆਪ ਪੁੱਛੋ ਪਰਸਨੈਲਿਟੀ ਕਿਹ 'ਚ ਜ਼ਿਆਦੀ ਹੈ। ਸਿਰ 'ਤੇ ਸੋਹਣੀ ਪੱਗ ਬੱਧੀ ਹੋਵੇ ਤੇ ਜੇ ਤੁਸੀਂ ਕਿਸੇ ਵੱਡੇ ਤੋਂ ਵੱਡੇ ਅਫਸਰ ਦੀ ਹਿੱਕ 'ਚ ਜਾ ਕੇ ਵੱਜੋ ਨਾ, ਅਗਲਾ ਇੱਦਾਂ ਹੀ ਬੋਲਦਾ, ਸਰਦਾਰ ਸਾਹਿਬ। ਇੱਦਾਂ ਬੰਦਾ ਭਾਵੇਂ 500 ਕਿੱਲੇ ਦਾ ਮਾਲਕ ਹੋਵੇ, ਬੱਸ ਵਿੱਚ ਬਹਿ ਜੇ, ਕਈ ਵਾਰੀ ਬਾਊ ਜੀ ਕਹਿ ਕੇ ਅਗਲੇ ਟਰਕਾ ਦਿੰਦੇ ਆ, ਤੇ ਲਾਗੇ ਬੰਦਾ ਭਾਵੇਂ ਕਨਾਲ ਵਾਲਾ ਹੀ ਬੈਠਾ ਹੋਵੇ ਤੇ ਸਿਰ 'ਤੇ ਦਸਤਾਰ ਹੈ, ਸੋਹਣੀ ਬੱਧੀ ਹੋਵੇ, ਅਗਲਾ ਕੀ ਇਹਦਾ ਸਰਦਾਰ ਸਾਹਿਬ ਥੋੜ੍ਹਾ ਜਿਹਾ। ਬੋਲੋ ਜੀ, ਸਾਨੂੰ ਗੁਰੂ ਨੇ ਕਿੰਨੀ ਸੋਹਣੀ ਵਿਚਾਰ ਦਿੱਤੀ ਸੀ, ਪਰ ਅਸੀਂ ਤਾਂ ਮਾਫ਼ ਕਰਨਾ, ਸਾਡੇ 'ਤੇ ਐਸਾ ਪ੍ਰਭਾਵ ਪਿਆ, ਅਸੀਂ ਇਹ ਚੀਜ਼ਾਂ ਦੱਸ ਨਹੀਂ ਪਾਏ। 7 ਸਾਲ ਦੇ ਨੇ ਬਾਬਾ ਫਤਿਹ ਸਿੰਘ, ਤੇ ਸਿਰ 'ਤੇ ਸੋਹਣੀ ਦਸਤਾਰ ਸਜਾਉਂਦੇ ਨੇ। ਵੈਸੇ ਹੁਣ ਫਰਕ ਪੈ ਰਿਹਾ, ਅੱਗੇ ਜਿਹੜੀ ਪੀੜ੍ਹੀ ਹੈ ਨਾ ਆਪਣੀ। ਅਸੀਂ ਇੱਕ ਵਾਰੀ ਫਤਿਹਗੜ੍ਹ ਸਾਹਿਬ ਗਏ, ਥੋੜ੍ਹਾ ਸਮਾਂ ਪਹਿਲਾਂ ਦੀਆਂ ਗੱਲਾਂ ਨੇ, ਅਤੇ ਉੱਥੇ ਨਾ ਇੱਕ ਮੁਕਤਸਰ ਦੇ ਏਰੀਆ ਦਾ ਵੀਰ ਆਇਆ, ਉਹਦੀ ਪਤਨੀ ਉਹਦੀ ਨਾਲ ਸੀ, ਅਤੇ ਅਸੀਂ ਗੱਡੀ ਜਾ ਕੇ ਬਹਿ ਗਏ, ਅਤੇ ਉਹਦੇ ਨਾਲ ਉਹਦਾ ਬੇਟਾ ਸੀ, ਉਹਦੇ ਸਿਰ ਦੇ ਉੱਤੇ ਸੋਹਣਾ ਜੂੜਾ, ਸੋਹਣੀ ਪਟਕੀ ਸਜਾਈ, ਆਪ ਸਾਡਾ ਵੀਰ ਜਿਹੜਾ ਸੀ ਉਹ ਕਲੀਨ ਸ਼ੇਪ ਸੀ, ਸਿਰ 'ਤੇ ਉਹਦੇ ਮਤਲਬ ਕੋਈ ਪਰਨਾ, ਕੋਈ ਪੱਗ ਨਹੀਂ ਸੀ। ਅਤੇ ਅਸੀਂ ਗੱਡੀ 'ਚ ਆਣ ਕੇ ਬਹਿ ਗਏ, ਅਤੇ ਮੈਂ ਗੱਡੀ 'ਚ ਉਤਰ ਕੇ ਫਿਰ ਕੋਲ ਚਲਾ ਗਿਆ। ਮੈਂ ਕਿਹਾ ਵੀਰ ਜੀ ਇਹ ਕੌਣ ਨੇ? ਕਹਿੰਦਾ ਮੇਰਾ ਬੇਟਾ ਹੈ ਜੀ। ਅਤੇ ਮੈਂ ਕਿਹਾ ਵੀ ਤੁਹਾਨੂੰ ਇਹ ਕੇਸ ਚੰਗੇ ਲੱਗਦੇ ਨੇ? ਕਹਿੰਦੇ ਹਾਂਜੀ ਬਿਲਕੁਲ, ਕੇਸ ਮੈਨੂੰ ਬਹੁਤ ਚੰਗੇ ਲੱਗਦੇ ਆਪਣੇ ਬੱਚੇ ਦੇ। ਮਤਲਬ ਤੁਸੀਂ ਚਾਹੁੰਦੇ ਹੋ ਵੀ ਇਹ ਤੁਹਾਡਾ ਬੱਚਾ ਸਾਰੀ ਜ਼ਿੰਦਗੀ ਕੇਸ ਇੱਦਾਂ ਹੀ ਰੱਖੇ? ਕਹਿੰਦੇ ਹਾਂਜੀ। ਬੱਚਾ ਛੋਟਾ ਸੀ ਜੇ, ਮੈਂ ਕਿਹਾ 10-12 ਸਾਲ ਦਾ ਹੋਣਾ। ਕਹਿੰਦੇ ਤਾਂ ਹੀ ਤਾਂ ਅਸੀਂ ਵਿਖਾ ਰਹੇ ਹਾਂ ਵੀ ਸਾਡੇ ਗੁਰੂ ਸਾਹਿਬ ਨੇ ਕੀ ਕੁਰਬਾਨੀਆਂ ਕੀਤੀਆਂ। ਮੈਂ ਕਿਹਾ ਪਰ ਜੋ ਮੈਨੂੰ ਲੱਗ ਰਿਹਾ, ਇਹਨੇ 15-20 ਸਾਲ ਤੋਂ ਬਾਅਦ ਇਹਨੇ ਕੇਸ ਕਟਾ ਦੇਣੇ ਨੇ। ਕਹਿੰਦਾ ਉਹ ਕਿਵੇਂ? ਮੈਂ ਕਿਹਾ ਜਦੋਂ ਉਹਨੇ ਜਿਉਂ-ਜਿਉਂ ਉਹਨੂੰ ਹੋਸ਼ ਆਉਣੀ, ਉਹਨੇ ਆਪਣੇ ਪਿਤਾ ਦੇ ਸਿਰ 'ਤੇ ਵੇਖਣੇ ਵੀ ਜੇ ਇੰਨੇ ਜ਼ਰੂਰੀ ਹੁੰਦੀ ਤਾਂ ਮੇਰਾ ਪਿਤਾ ਵੀ ਸੋਹਣੀ, ਬੋਲੋ ਜੀ, ਦਸਤਾਰ ਸਜਾਉਂਦਾ। ਜੇ ਇੰਨਾ ਜ਼ਰੂਰੀ ਹੁੰਦਾ ਤਾਂ ਮੇਰਾ ਪਿਤਾ, ਹੁਣ ਬਾਪ ਪੁੱਤ ਨੂੰ ਕਹੇ ਪਾਠ ਕਰ, ਅਤੇ ਬਾਪ ਨੇ ਕਦੀ ਘਰ 'ਚ ਪੋਥੀ ਤੋਂ 2 ਅੱਖਰ ਪੜ੍ਹ ਕੇ ਨਾ ਵੇਖੇ ਹੋਣ, ਅਸਰ ਹੋਏਗਾ? ਬੋਲ ਕੇ ਦੱਸਿਓ ਜੀ। ਸਿਆਣੇ ਕਹਿੰਦੇ ਖੂਹ 'ਚ ਜੈਸੀ ਆਵਾਜ਼ ਮਾਰੀਏ ਉੱਦਾਂ ਦੀ ਬੈਕ ਆਉਂਦੀ ਆ। ਬੱਸਾਂ ਵਿੱਚ ਨਹੀਂ ਲਿਖਿਆ ਹੁੰਦਾ ਜੀ ਕਹੋ ਜੀ ਕਹਾਓ। ਤੁਸੀਂ ਆਪਣੇ ਘਰ ਆਪਣੇ ਬੱਚੇ ਸਾਹਮਣੇ ਆਪਣੀ ਮਾਂ ਦਾ ਨਿਰਾਦਰ ਕਰਦੇ ਜੇ। ਕਈ ਤੁਸੀਂ ਵੇਖਿਆ ਨਾ ਆਪਣੇ ਬੱਚਿਆਂ ਦੇ ਸਾਹਮਣੇ, ਆਪਣੀ ਬੇਟੀ ਸਾਹਮਣੇ ਆਪਣੀ ਮਾਂ ਨੂੰ, ਯਾਨੀ ਕਿ ਬੱਚਿਆਂ ਦੀ ਦਾਦੀ ਨੂੰ ਗਲਤ ਸ਼ਬਦ ਬੋਲਣਗੇ। ਤਿਆਰੀ ਰੱਖੋ, ਇਹ ਸ਼ਬਦ ਤੁਹਾਡੀ ਪਤਨੀ ਲਈ ਅਤੇ ਤੁਹਾਡੇ ਲਈ ਤੁਹਾਡੇ ਬੱਚੇ ਨੇ ਆਪਣੀ ਸੁਰਤ ਵਿੱਚ ਇਕੱਠੇ ਕੀਤੇ ਨੇ। ਕਿਉਂਕਿ ਫਰੀਦਾ ਲੋੜੈ ਦਾਖ ਬਜੋਰੀਆਂ, ਅੱਗੇ ਜੀ ਕਿੱਕਰ ਬੀਜੈ ਜੱਟ, ਹੰਡੇ ਉਨ ਕਤਾਇਦਾ ਤੇ ਪੈਦਾ ਲੋੜੈ ਪੱਟ। ਬੀਜ ਕੇ ਕਿੱਕਰਾਂ, ਤੇ ਤਿਆਰੀ ਇਹ ਨਹੀਂ ਰੱਖਣੀ ਚਾਹੀਦੀ ਵੀ ਇਹਨੂੰ ਅੰਗੂਰ ਲੱਗਣਗੇ। ਜੇ ਕਿੱਕਰਾਂ ਬੀਜੀਆਂ ਤੇ ਕਿੱਕਰਾਂ ਨੂੰ ਕੀ ਲੱਗਦਾ ਜੀ ਭਲਾ? ਉੱਚੀ ਬੋਲੋ ਪਿਆਰਿਓ, ਕੰਡੇ ਲੱਗਣੇ ਨੇ। ਤੇ ਫਿਰ ਜੇ ਚਾਹੁੰਦੇ ਆ ਅੰਗੂਰ ਖਾਣੇ, ਤੇ ਘਰਾਂ 'ਚ ਅੰਗੂਰ ਦੀਆਂ ਵੇਲਾਂ ਲਾਉਣੀਆਂ ਸ਼ੁਰੂ ਕਰ। ਇਹਦਾ ਮਤਲਬ ਕੀ ਸੀ? ਘਰ 'ਚ ਸੋਹਣੇ ਤਰੀਕੇ ਨਾਲ ਰਹੋ। ਮੈਂ ਨਾਟਕ ਕਰਨ ਲਈ ਵੀ ਨਹੀਂ ਕਹਿੰਦਾ, ਮਾਂ ਦੀ ਰਿਸਪੈਕਟ ਕਰੋ। ਬਾਜ਼ਾਰ ਜਾਂਦੇ ਹੋ ਦੋਵੇਂ ਪਤੀ ਪਤਨੀ, ਤੇ ਮਾਂ ਨੂੰ ਵਧੀਆ ਸ਼ਾਵਲ ਲਿਆ ਕੇ ਦਿਓ, ਵਧੀਆ ਲੋਈ ਲਿਆ ਕੇ ਦਿਓ, ਪਿਤਾ ਦੀ ਸੋਹਣੀ ਵਾਸਕਟ ਹੋਵੇ, ਚੰਗੇ ਕੱਪੜੇ ਹੋਣ। ਮਗਰੋਂ ਮਹਿੰਗੇ ਮਹਿੰਗੇ ਖੱਫਣ ਅਤੇ ਮਹਿੰਗੀਆਂ ਮਹਿੰਗੀਆਂ ਲੋਈਆਂ ਪਾਉਣ ਦਾ ਕੋਈ ਮਤਲਬ ਨਹੀਂ। ਜਦੋਂ ਬਾਪੂ ਨੇ ਰਹਿਣਾ ਹੀ ਨਹੀਂ, ਮਗਰੋਂ ਰਜਾਈਆਂ ਤਲਾਈਆਂ ਦਾ ਕੀ ਮਤਲਬ ਹੈ ਜੀ? ਬੋਲ ਕੇ ਦੱਸਿਓ। ਲੋਕ ਕਹਿੰਦੇ ਆ ਜਿਉਂਦੇ ਬਾਪੂ ਦੀ ਰਜਾਈ 'ਚੋਂ ਮੁਸ਼ਕ ਆਉਂਦਾ ਸੀ, ਤੇ ਮਗਰੋਂ ਪੰਡ ਬੰਨ੍ਹ ਕੇ ਗੁਰਦੁਆਰੇ ਗੋਲਕ ਦੇ ਲਾਗੇ ਰੱਖੀ ਹੁੰਦੀ ਆ, ਤੇ ਸਾਡੇ ਵਰਗਿਆਂ ਦਾ ਜ਼ੋਰ ਲੱਗਾ ਹੁੰਦਾ ਇਹ ਸਾਰੇ ਭਾਂਡੇ ਰਜਾਈਆਂ ਤਲਾਈਆਂ ਵਿਛੜੀ ਆਤਮਾ ਨੂੰ ਮਿਲੇ। ਦੱਸੋ ਜੀ, ਇਹ ਰਜਾਈ ਨਾਲ ਜਾਣੀ? ਬੋਲ ਕੇ ਦੱਸਿਓ ਭਲਾ। ਉਹ ਬੋਲੋ ਭਾਈ, ਨਾਲ ਜਾਣੀ ਹੈ? ਸੋਹਣੀ ਰਜਾਈ ਹੋਵੇ ਬਾਪੂ ਦੀ, ਸੋਹਣੀ ਤਲਾਈ ਹੋਵੇ ਬਾਪੂ ਦੀ, ਸੋਹਣਾ ਸਰਾਣਾ ਹੋਵੇ, ਐਨ ਦੋ ਦਿਨਾਂ ਬਾਅਦ, 1-2 ਦਿਨਾਂ ਬਾਅਦ, ਹਫ਼ਤੇ 2 ਵਾਰ ਇਹ ਚਾਦਰਾਂ ਧੁੱਪਣਾ, ਸੇਵਾ ਹੋਵੇ, ਅਗਲੇ ਨੂੰ ਵੀ ਸਵਾਦ ਆਵੇ ਮੈਂ ਕਿਸੇ ਚੰਗੇ। ਅੱਛਾ, ਬਾਬਿਆਂ ਮਗਰ ਤੁਰੇ ਫਿਰਦੇ ਨੇ ਲੋਕ,
ਬਾਬਿਆਂ ਦੇ ਕੱਪੜਿਆਂ ਤੇ ਦਾਗ ਨਹੀਂ ਪੈਣ ਦਿੰਦੇ ਉਹਨਾਂ, ਮਗਰ ਉਹਨਾਂ ਨੂੰ ਇਸੇ ਦੀ ਵੀ ਪੱਖੀਆਂ ਚੱਲੀ ਜਾਂਦੇ ਆ। ਤੇ ਜਿਨ੍ਹਾਂ ਜੰਮਿਆ ਵਾ, ਅੱਛਾ ਕਮਾਲ ਦੀ ਗੱਲ ਵੇਖੋ, ਬਾਬਿਆਂ ਵਿਆਹ ਨਹੀਂ ਕਰਾਇਆ ਪਰ ਸੇਵਾ ਲਈ ਸਾਰੇ ਲੋਕ ਹਾਜ਼ਰ ਆ। ਜਿਨ੍ਹਾਂ ਵਿਆਹ ਕਰਾਏ ਆ, ਜਿਨ੍ਹਾਂ ਦੇ 2-2 3-3 ਜਵਾਕ ਆ, ਉਹ ਬਿਰਧ ਆਸ਼ਰਮਾਂ 'ਚ ਰੁਲਦੇ ਪਏ ਆ। ਕੋਈ ਬਾਬਾ ਵੀ ਰੁਲਦਾ ਵੇਖਿਆ ਤੁਸੀਂ? ਉੱਚੀ ਬੋਲ ਕੇ ਦੱਸਿਓ ਜੀ, ਬਾਬਾ ਕਿਉਂ ਰੁਲੂਗਾ ਜੀ? ਬਾਬੇ ਦੇ 2 ਚੇਲੇ ਅੱਗੇ, 2 ਚੇਲੇ ਪਿੱਛੇ, ਕੋਈ ਇੱਧਰ ਗੜਵਾ ਚੁੱਕਣ ਵਾਲਾ, ਕੋਈ ਇੱਧਰ ਤੌਲੀਆ ਚੱਕਣ ਵਾਲਾ। ਅਸੀਂ ਵਾਪਸ ਪਰਤੀਏ ਜੋ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਸੰਸਕਾਰ ਤੇ ਸਿੱਖਿਆ ਦਿੱਤੀ, ਅਸੀਂ ਅੱਜ ਉਹ ਤੋਂ ਬਹੁਤ ਦੂਰ ਜਾ ਚੁੱਕੇ ਹਾਂ। ਆਪਣੇ ਘਰਾਂ ਵਿੱਚ ਵਿਸ਼ਵਾਸ ਭਰੋਸਾ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 4 ਸਾਹਿਬਜ਼ਾਦੇ 2 ਚਮਕੌਰ ਸਾਹਿਬ ਦੀ ਗੜੀ 'ਚ, ਚਮਕੌਰ ਸਾਹਿਬ ਦੀ ਗੜੀ 'ਚ ਲਾਸ਼ਾਂ ਦੇ ਲਾਗੋਂ ਦੀ ਲੰਘ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨਾ ਵੱਡਿਆਂ ਦਾ ਸੰਸਕਾਰ ਆਪਣੇ ਹੱਥੀਂ ਕੀਤਾ ਤੇ ਨਾ ਛੋਟਿਆਂ ਦਾ ਸੰਸਕਾਰ ਆਪਣੇ ਹੱਥੀਂ ਕੀਤਾ। ਛੋਟੇ ਸਾਹਿਬਜ਼ਾਦੇ ਨੀਹਾਂ ਚਿਣੇ ਗਏ, 3 ਦਿਨ ਲਗਾਤਾਰ ਕਚਹਿਰੀ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ, ਸਵਾਲ ਜਵਾਬ ਹੁੰਦੇ ਰਹੇ, ਲਾਲਚ ਦਿੱਤੇ ਗਏ। ਫਿਰ ਅਖੀਰ ਤੇ ਡਰਾਵਿਆਂ ਤੇ ਗੱਲ ਆ ਗਈ, ਨਾ ਉਹ ਲਾਲਚ ਵਿੱਚ ਆਏ ਤੇ ਨਾ ਉਹ ਕਿਸੇ ਡਰ ਤੋਂ ਉਹਨਾਂ ਨੇ ਭੈ ਭੀਤ ਹੋਏ। ਅੱਜ ਲਾਲਚ 'ਚ ਆ ਜਾਂਦੇ ਸਾਡੇ, ਉੱਥੋਂ ਗੋਡਿਆਂ ਦਾ ਆਪਰੇਸ਼ਨ ਫ੍ਰੀ ਹੁੰਦਾ ਜੀ, ਉਹ ਸਕੂਲ ਦੀ ਫੀਸ ਤਾਰ ਦਿੰਦੇ ਆ ਜੀ, ਉਹਨਾਂ ਨੇ ਗੁਰਦਾ ਠੀਕ ਕਰ ਦਿੱਤਾ ਜੀ। ਸਮਝ ਰਹੇ ਜੀ ਜੋ ਮੈਂ ਕਹਿ ਰਿਹਾ ਜੀ ਪਿਆਰਿਓ? ਜਾ ਰਿਹਾ ਲੋਕ ਨਹੀਂ ਜਾ ਰਿਹਾ? ਫਿਰ ਕਈ ਕਹਿਣਗੇ ਤੁਹਾਡੇ ਘਰ ਪੋਤਰਾ ਨਹੀਂ ਹੁੰਦਾ, ਫਲਾਣੇ ਡੇਰਿਆਂ 'ਚੋਂ ਮੱਥਾ ਟੇਕ ਆਓ। ਉਹ ਆਂਦੇ ਮੈਂ ਭਾਈ ਪਿੰਡ 'ਚ ਚੰਗਾ ਭਲਾ ਬੰਦਾ, ਮੈਂ ਕਿਸੇ ਡੇਰੇ ਜਾਂਦਾ ਚੰਗਾ ਲੱਗਦਾ, ਉਹਦਾ ਮੇਰੀ ਕਾਰ ਹੈਗੀ ਆ, ਉਹਦੇ ਸੀਸੇ ਕਾਲੇ ਆ, ਪਤਾ ਨਹੀਂ ਲੱਗਣ ਦੇਣਾ। ਆਪਾਂ ਘਰੋਂ ਗੱਡੀ 'ਚ ਬਹਿਣਾ ਤੇ ਘਰੇ ਗੱਡੀ 'ਚ ਲਿਆ ਕੇ ਤੁਹਾਨੂੰ ਉਤਾਰ ਦੇਣਾ, ਨਾਲੇ ਮਹਾਂਪੁਰਖਾਂ ਨੂੰ ਮੱਥਾ ਟਿਕਾ ਲਿਆਉਣਾ, ਸੇਬ ਉਹਨਾਂ ਤੁਹਾਡੀ ਝੋਲੀ 'ਚ ਪਾਉਣਾ, ਸੇ ਆਪੇ ਹੀ ਲੈ ਜਾਣਾ ਪੇਟੀ ਰਾਹ 'ਚੋਂ, ਆਪੇ ਹੀ ਸੇਬ ਲੈ ਜਾਣਾ, ਆਪੇ ਮਹਾਂਪੁਰਖਾਂ ਦੇ ਕੋਲੋਂ ਝੋਲੀ 'ਚ ਪਾ। ਮਹਾਂਪੁਰਖ ਵੀ ਪੂਰੇ ਤੇਜ਼ ਆ, ਉਹਨਾਂ ਨੂੰ ਪਤਾ ਵੀ ਜੇ 100 ਪਰਿਵਾਰ ਸੇਬ ਪਵਾ ਗਿਆ, 50-60 ਦੇ ਤੇ ਵੈਸੇ ਪੁੱਤ ਹੋ ਜਾਣਾ। ਜਿਹੜੇ 50-60 ਸੇਬ ਪਵਾ ਗਏ ਉਹ ਤੇ ਬਣ ਗਏ ਪੱਕੇ ਸਾਡੇ ਡੇਰੇ ਦੇ ਸੇਵਕ। ਜਿਨ੍ਹਾਂ ਦੇ ਨਾਂ ਹੋਇਆ ਉਹਨਾਂ ਪਤਾ ਕਹਿਣਾ ਕਿਸਮਤ ਮਾੜੀ ਸਾਡੀ, ਸਾਡੇ ਭਾਗਾਂ 'ਚ ਨਹੀਂ ਲਿਖਿਆ। ਹੁਣ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦਾ ਅਕੀਦਾ ਤੇ ਵਿਸ਼ਵਾਸ ਕਿੱਥੇ? ਅਸੀਂ ਤੇ ਇੰਨੇ ਦੋਗਲੇ ਆ, ਸਿੱਖਾਂ ਦੇ ਘਰਾਂ 'ਚ ਸਵੇਰੇ ਅਖੰਡ ਪਾਠ, ਸ਼ਾਮ ਨੂੰ ਜਗਰਾਤਾ, ਵੀ ਇੱਕੇ ਬੰਨੇ ਹੋ ਜਾਓ, ਜਾਂ ਸੱਜੇ ਹੋ ਜਾਓ ਤੇ ਜਾਂ। ਗੁਰੂ ਰਾਮਦਾਸ ਦਾ ਵਾਕ ਹੈ, ਗੁਰੂ ਰਾਮਦਾਸ ਜੀ ਕਹਿੰਦੇ ਅੱਗੋਂ ਦੇ 7 ਭਾਉ ਨਾ ਦਿੱਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੈ, ਅੱਧ ਵਿੱਚ ਫਿਰਿਆ ਮਨਮੁਖ ਵਿਚਾਰਾ, ਗੱਲੀ ਕਿਉਂ ਸੁੱਖ ਪਾਵੇ। ਤੁਸੀਂ ਤੁਰੇ ਜਾਂਦੇ ਹੋ, ਤੁਸੀਂ ਤੁਰੇ ਜਾਂਦੇ ਹੋ, ਕਈ ਵਾਰੀ ਆਪਣੇ ਐਸਾ ਵਾਪਰਦਾ ਨਾ, ਆਪਾਂ ਗੱਡੀ 'ਤੇ ਜਾ ਰਹੇ ਹਾਂ, ਸਾਈਕਲ 'ਤੇ ਜਾ ਰਹੇ ਹਾਂ, ਮੋਟਰਸਾਈਕਲ 'ਤੇ ਜਾ ਰਹੇ ਹਾਂ, ਪੈਦਲ ਤੁਰੇ ਜਾਂਦੇ। ਕਈ ਵਾਰੀ ਆਪਾਂ ਸੱਜੇ ਹੋਣ ਲੱਗਦੇ, ਕੋਈ ਬੰਦਾ ਤੁਹਾਡੇ ਗਾੜੀ ਸੱਜੇ ਹੋ ਜਾਂਦਾ, ਤੁਸੀਂ ਖੱਬੇ ਹੋਣ ਲੱਗਦੇ ਹੋ, ਖੱਬੇ ਹੋ ਜਾਂਦਾ। ਤੁਸੀਂ ਹਾਰ ਕੇ ਖਲੋ ਕੇ ਕੀ ਆਂਦੇ ਹੋ ਭਲਾ? ਵੀ ਜਾਂ ਇੱਧਰ ਹੋ ਜਾ, ਇੱਦਾਂ ਹੀ ਕਹਿੰਦੇ ਹੋ ਨਾ ਵੀ ਭਾਈ ਜਾਂ ਸੱਜੇ ਹੋ ਜਾ ਜਾਂ ਖੱਬੇ ਹੋ ਜਾ, ਮੈਨੂੰ ਲੰਘ ਲੈਣ ਦੇ। ਤੁਸੀਂ ਇਹ ਤਾਂ ਨਹੀਂ ਕਹਿੰਦੇ ਵੀ ਸੱਜੇ ਹੋ ਜਾ, ਹੋ ਸਕਦਾ ਉਹਨੇ ਖੱਬੇ ਜਾਣਾ ਹੋਵੇ, ਤੇ ਨਾ ਤੁਸੀਂ ਕਹਿੰਦੇ ਖੱਬੇ ਹੋ ਜਾ, ਹੋ ਸਕਦਾ ਉਹਨੇ ਸੱਜੇ ਜਾਣਾ ਹੋਵੇ, ਪਰ ਤੁਸੀਂ ਉਹਨੂੰ ਕੀ ਆਂਦੇ ਹੋ? ਇੱਕ ਬੰਨੇ ਲੱਗ ਜਾ ਜਾਂ ਸੱਜੇ ਹੋ ਜਾ। ਆਪਾਂ ਕੀ ਕੀਤਾ? ਸਾਡੇ ਵੀ ਚੌਂਕ 'ਚ ਖਲੋਤੇ ਆ, ਅੱਧਾ ਕੁ ਅਖੰਡ ਪਾਠ ਅੱਗੇ, ਹੁਣ ਤੁਸੀਂ ਬੋਲਦੇ ਹੋ ਅੱਧਾ ਕੁ ਜਗਰਾਤਾ, ਤੇ ਮਹਾਰਾਜ ਕੀ ਆਂਦੇ ਭਲਾ? ਵੀ ਜਾਂ ਸੱਜੇ ਹੋ ਜਾ। ਅੱਛਾ, ਅੱਧਾ ਕੁ ਗੁਰੂ ਗ੍ਰੰਥ ਸਾਹਿਬ ਘਰ ਲਿਆਂਦਾ, ਅੱਧਾ ਸਮਝਦੇ ਹੋ, ਤੇ ਅੱਧਾ ਕੁ ਬਾਬਾ ਵੀ ਲਿਆਂਦਾ, ਯਾਨੀ ਕਿ ਬਾਬਾ ਵੀ ਘਰੇ ਲੈ ਆਉਣਾ, ਮਹਾਰਾਜ ਦਾ ਸਰੂਪ ਵੀ ਘਰ ਲੈ ਆਉਣਾ। ਸਰੂਪ ਤੋਂ ਭਾਈ ਸਾਹਿਬ ਪਾਠ ਕਰ ਰਹੇ ਆ ਤੇ ਸਾਰਾ ਟੱਬਰ ਬਾਬੇ ਦੇ ਬੰਨੇ ਬੰਨੇ, ਜਿਵੇਂ ਗੁੜ ਦੇ ਬੰਨੇ ਬੰਨੇ ਮੱਖੀਆਂ ਨਹੀਂ ਭਿਣਕਦੀਆਂ, ਇੱਦਾਂ ਭਿਣਕਦੀਆਂ ਫਿਰਦੀਆਂ, ਤੇ ਨਾਲੇ ਬਾਬੇ ਨੂੰ ਕਹੀ ਜਾਂਦੇ ਆ ਕਰ ਦਿਓ ਕਿਰਪਾ, ਮਿਹਰ ਕਰ ਦਿਓ। ਅੱਛਾ ਬਾਬਾ ਜੀ ਧੁੰਦ ਬੜੀ ਪੈਂਦੀ, ਪਰਸੋਂ ਬਰਾਤ ਆਉਣੀ ਆ। ਬਾਬੇ ਨੇ ਉਦੋਂ ਹੀ ਕਹਿਤਾ ਪਰਸੋਂ ਧੁੰਦ ਨਹੀਂ ਪੈਣੀ। ਉਹ ਮੰਨ ਲਓ ਧੁੰਦ ਵੈਸੇ ਨਹੀਂ ਪਈ, ਪਰਿਵਾਰ ਇਹੋ ਜਿਹਾ ਭੇਡਾਂ ਬਣਿਆ ਸਾਰਾ, ਮਹਾਂਪੁਰਖ ਪਹਿਲਾਂ ਕਹਿ ਗਏ ਧੁੰਦ ਨਹੀਂ ਪੈਣੀ। ਉਹ ਭਲੇ ਉਹ ਬਾਬੇ ਕੋਲ ਵੀ ਮੋਬਾਈਲ ਹੈਗਾ, ਉਹਨੇ ਸੇਵਕਾਂ ਨੂੰ ਰੋਜ਼ ਹੁੱਜਾ ਮਾਰ ਮਾਰ ਪੁੱਛਦਾ ਦੱਸਿਓ ਮੀਂਹ ਕਿੱਦਣ ਪੈਣਾ ਕਿੱਦਣ ਨਹੀਂ ਪੈਣਾ। ਕਿਉਂ ਸਾਧ ਸੰਗਤ ਜੀ? ਆ ਪਨੀਰੀ ਬੀਜਦੇ ਆਪਾਂ ਝੋਨੇ ਦੀ, ਉਹਦੇ ਵਿੱਚ ਇੱਕ ਉਹ ਢਾਂਚਾ ਜਾਂ ਨਹੀਂ ਗੱਡੀ ਦਾ ਹੁੰਦਾ, ਜਿਹਨੂੰ ਬਾਣੀ ਲਿਖਿਆ ਕਾਲਬੂਤ ਕੀ ਹਸਤਨੀ ਮਨ ਬੋਰ, ਕਲਬੂਤ ਕਹਿੰਦੇ ਨੇ। ਜਦੋਂ ਆਪਾਂ ਪਨੀਰੀ ਬੀਜਦੇ ਹਾਂ ਉਹਦੇ 'ਚ ਨਾ ਇੱਦਾਂ ਡੰਡਿਆਂ ਦਾ ਢਾਂਚਾ ਜਿਹਾ ਬਣਾ ਕੇ, ਤੇ ਉਹ ਭਾਈਏ ਦਾ ਕੋਈ ਪੁਰਾਣਾ ਕੁੜਤਾ ਪਿਆ ਹੋਣਾ, ਦਾਦੇ ਦਾ ਭਾਪੇ ਦਾ,
वो कुड़ता जाके तो गल पा देना, तो सिर के उत्ते खट्टा कोई ना कोई पीड़ा नीला जो भी है परना बन देना। कादे नहीं भला भी कावां नूं पंछियां नूं ये लगे भी भाईया पनीरी च खलोता, भी भाईया बोलो। वो पंछी भी रोज़ वेंदे आ, वो आंदे सारा पिंड घरां नूं चला गया, ये भाईया खेतां च की करदा। नाले भाईए नूं ठंड नहीं लगदी, हुण तां लोग कोटियां पाई फिरदे आ। माफ़ करना जिहड़ी भी पनीरी बीजी है। हुण जे गर्मियां दे विच वा, वो आंदा भी ये सारा पिंड घर चल गया, भाईया पिंड क्यों नहीं गया। हौली हौली फिर वो लागे आउण लग पैंदे, फिर हौली हौली सिर ते बहिंदे आ, फिर सिर ते बह के ना फिर कपड़ियां ते विठां करके जांदे आ। पंछी भी हौली हौली सियाणे हो गए, तो बाबे तो फिर है ही तेज, उन्होंने तुसीं कहिंदे ही सियाणे जे। वो भी अगले इंटरनेट ते वेख लेंदे भी किदन मींह पैना, किदन नहीं पैना, किदन धुंध पैनी आ, किदन नहीं पैनी। तो साडे वर्गे बंदे कमले इदां ही अंदाजे लाई जाते, इदां ही लोग तुरी फिरदे। मझ नहीं मिलती तां बाबियां को, न्याणा नहीं आखे लगता तां बाबियां को। अच्छा जाके बाबे ने, बाबा जी साडा जवाक नहीं आखे लगता, तो लागे वो चेले सोचते भी ये जोड़ा बाबा बनया भी नहीं सी घर देंदे आखे लगता, ताइयों तो अगले डेरे चढ़ाता सी। जिन्हों के जवाक आखे लगते उन्होंने दो दो तीन तीन न्याणे आ, अगलिया ने अपना परिवार सैट किया, अपने माँ की सेवा करते, आखे नहीं लगता, ताइयों तो माँ को छड्ड के चला गया डेरे च। अच्छा बाबे इनू अपनी वडियाई दसदे, मेरी माँ ने मैनू गुरुद्वारे चढ़ाता सी, मेरी माँ नू मैनू डेरे चढ़ाता सी। ये बहुत वड्डी वडियाई है। कौम के सिर ते लिया के बिठाता, कोई काम करदा, कोई थोड़ा बहुता लसन गंढे बीजदा, कोई काम करदा, कोई मेहनत करदा, तो मझां रखियां हुंदियां। जिदन असी सियाणे बन गए ना पखंडवाद, मैं हर स्टेज ते गल कहना, साडे कौम के रागी ढाडी प्रचारक ग्रंथी, मैं विचे अपने आप नूं गिणदा, 5 साल गुरु ग्रंथ साहिब जी की विचारधारा ते पहरा देण लग पैण, 5 सालां च पंजाब चों डेरा कूच हो जाएगा। पर समस्या की साडी, समस्या की जिवें अद्धे किसान उधर अंदोलन च जांदे सी, अद्धे अकाली कांग्रसियां ते आम झाड़ू वालियां दीयां रैलियां तुरे फिरदे सी। अहीं इधर भी हाँ, तो अहीं बोलो भाई उधर भी हाँ, अहीं इत्थे भी झंडा चुकी फिरना, तो मिलना मुलना सानू विचों कख नहीं। किदां स्टाल लाए सारियां राजनीतिक पार्टियां ने, किदां सड़ना दंदियां चढ़ाइयां जा रही। एक मैं बेनती होर करनी चाहना, आ जिहड़ी दरबार साहब कल परसों घटना वापरी है, सचेत होने की लोड़ है। अगले पंजाब नूं बालन की तरह वरतना चाहुंदे आ, लांबू लाउणा चाहुंदे आ। सरूप तो महाराज के दूजिया स्टेटां भी है, दूजिया स्टेटां सरूप नहीं है महाराज के, वो इत्थे क्यों चाहुंदे आ? वो चाहुंदे आ कि असी किसी ना किसी तरीके नाल इन्हां नूं वरतीए। गुरु ग्रंथ साहिब महाराज के सरूप उत्ते जिथे जिथे भी आपो अपने पिंडां च हैगे हो, पूरे सुचेत रहण दी सानूं जरूरत वा, क्योंकि 22 की तैयारी कर रहे आ। हर धड़ा हर पार्टी अपने आप नूं चंगा समझ के दूजे नूं बदनाम करने की कोशिश करे, साजिशां ने पूरे तरीके नाल अगले वरतना चाहुंदे आ। सानू अपनी पहरादारी करने की जरूरत है अपनी। तुसीं वेखो किड्डी दलेरी कीती, उस पता उन्होंने पूरा सी भी इन्हां मैनूं जिउंदे नहीं छड्डना। गुरु ग्रंथ साहिब दा तुसीं दरबार साहिब जांदे हो, गुरु ग्रंथ साहिब के स्वरूप तो उत्थे परिक्रमा च किन्ने जिथे पाठ हो रहे किन्ने पए ने, पर वो उस अंदरले स्वरूप ते क्यों वो सामने क्यों गया? क्योंकि उत्थे कैमरे आ, रिकॉर्डिंग हो रही है। अगले तुहानूं चैलेंज भी कर रहे हैं, अगले जिन्होंने इनू पंजाबी कहते तुहाडे घर आण के तुहानूं ललकार रहे हैं। ठीक है, अगलियां ने उन्होंने सोधा लाता, उत्थे झटकाता। हुण उहदे बारे कई तरह तरह के बयान होणगे, इदां नहीं सी करना चाहिए, उदां नहीं सी करना चाहिए। ये तो हुण जो मौके ते जिन्हों साडे पंजाबी कहते भी लड़ाई हल्ले दी ते चाह थल्ले दी, ये तो हुण जो मौका आ गया, हुण किन्नी कि चिर बर्दाश्त करोगे? ये नलैकियां सरकारां दियां वा। जो बरगाड़ी कांड वापरिया, जे सरकार ने 2-4 बंदे फड़े हुंदे अज ये नौबत ना आउंदी, ये नौबत आउणी नहीं सी। वैसे कली गुरु ग्रंथ साहिब की गल नहीं, कल नूं किसी भी कोई धार्मिक ग्रंथ, मान लो कोई हिंदुओं का अपना ग्रंथ है, कोई मुसलमानों का अपना धार्मिक ग्रंथ है, किसी मत नाल भी संबंधित है, कोई किसी नाल भी छेड़छाड़ करदा, मैं कहना इहो जिहे बंदे नूं चराए च खिलार के ना सज़ा देनी चाहिए है, ताकि दोबारा तो कोई बंदा इदां दा काम कर लग्या 100 बार सोचे। पर गल है साडियां नलैकियां सरकारां दियां, इत्थे नशा शरेआम विकी जांदा। शरेआम की सरकारां नूं पता नहीं? सब पता है। नशा किते आम बंदे दा, नशा है ही लीडरशिप का, बड़े बड़े बंदियां दा जिन्हां दी सीधी पहुँच है। नशा आम बंदा तो नशा वेच नहीं सकता।
जिस बंदे की पहुँच है नहीं वो बंदा तो नशा वो कितने माड़ा जा फड़िया जाए तो यहो जहा परचा पाते वो मुड़ के उठण जोगा नहीं होंदा। जिहदी पहुँच है जिहड़ा सीधा सरकारे दरबारे सीधी जिहदी गलबात आ उन्होंने अगले पुछते नहीं। क्यों? क्योंकि उन्होंने पता भी मेरिया उतरों मंत्रियों शंतरियों तक गलबात है। तुसीं पिंडां शहरां 'च वेखिओ। एक बेनती मैं अक्सर करदा हुन्ना, बेईमानियां करके बंदा घर भी बना लू सब कुछ खड़ा कर लू पर सुकून है नहीं जिंदगी 'च। ये पता किदां जे? सुनियो हुण। छापर बांध सवारै तृण को द्वारे पावक जारै। कखां दी जदों छन बनाउंदा ना बंदा, हुण तां घर बन गए पक्के अपने, पहलां बालियां वाले हुंदे सी, उस तों पहलां कच्चे हुंदे सी। छन्नां 'च भी रहे अपने बजुर्गां ने छन्नां भी वेखियां होणियां। हुण तां आउण वाले जवाकां नूं तुसीं छन शब्द कहोगे उन्हां वाना ये की हुंदी है? कानियां दियां कखां दियां छन्नां बनदियां, छन ठंडी हुंदी सी। हुण छन बनाई होवे कखां दी ते उहदे लागे अग बाली दी, बोल के दस्सिओ भला क्यों साथ जी? कखां दी छन बनाई, अजे पक्के घर च अग बाल भी लओगे पता भी इट्टां दा घर बनिया। कखां दी छन लागे अग थोड़ा बाली दी है। महाराज दी बाणी कहदी छापर बांध सवारै तृण को। तृण दे नाल तीलियां नाल कानियां नाल कखां नाल बंदा अपनी छपड़ी सवार रहा वा ते द्वारे पावक जा रहा, बन्ने बन्ने अग बाल के बैठा हो। जिन्ने भी लोग दो दो नंबर दियां कमाइयां कर रहे हैं ना, बेईमानियां कर रहे हैं, समझ लो कखां दी छन बना के ते नाल अग सेक रहे आ। जिदन किते अग दा बुला घर वालों आ गया, घर ते नाल सड़ना सड़ना, घर च रहने वाले भी नाल सड़ने। तुसीं वेखिआ नशे वेचण वाले कईयां ने अपनियां नूहां भी नशा वेचण दे नाल लाइयां हुंदियां, पुत्त भी लाए पोतरे भी लाए। उन्हां दे हिसाब नाल पता की आ, महंगे महंगे मोबाइल उन्हां दे बच्चिआं कोल, वो सोचदे असीं अमीर हो रहे हैं। पर जिदन हवा दा बुला आउणा ना, ये जिहड़ा दूजिआं नूं समान वेचदे, जिदन इन्हां आप चख लिया ना, ये बुला इहो जिहा घर दा आउणा कि तुहाडे अपने भी इस अग की लपेट विच आ जाने ने। सड़नों कोई नहीं बचा सकता। जिहड़ा नशा ना कोई किसी के घर धक्के नाल लैके नहीं आउंदा। आ तुसीं समागम आए जे, धक्के नाल कोई लैके आया सानूं, असीं अपनी मर्जी नाल आए हैं। ते नशे की दुकान ते भी बंदा अपनी मर्जी नाल जांदा। हुण इत्थों अमृत मिलना, उत्थों जहर मिलना, जहर लैण लई बंदा, तुसीं वेखो जिन्ने भी ठेके हुंदे पिंडां दे बाहर हुंदे हमेशा ही, ते गुरुद्वारा पिंड दे विच हुंदा। बंदा गुरुद्वारे दे लागों दी लंघ के नशा लैण चला जांदा, गुरुद्वारे मत्था टेकण नहीं आउंदा। इधर नूं नहीं आउंदा भी मैं उत्थे कोई बाणी पढ़ ला, कोई चंगी चीज़ सिख लवां। जानी कि इंसान अमृत छड्ड के ते जहर इकट्ठा कर रहा है। तो गुरु अर्जन साहब जी कहते मेरे मन सतगुर की सेवा लाग, जो दिसे सो विणसना, मन की मत त्याग। तो पातशाह जी कहते मिठा करके खाया कौड़ा उपजिया साध। जदों भी कोई बंदा पुठा काम करता उस उन्होंने मिठास आउंदी आ। ਜਿਹੜੇ ਬੰਦੇ 2 ਨੰਬਰ ਦੀਆਂ ਕਮਾਈਆਂ ਕਰਦੇ ਆ ਨਾ, ਉਹਨੂੰ ਉਹ ਚੀਜ਼ ਮਿੱਠੀ ਲੱਗਦੀ ਤਾਂ ਹੀ ਤੇ ਕਰਦਾ ਅਗਲਾ। ਜਿੰਨੇ ਵੀ ਬੰਦਾ ਵਕਾਰ ਭੋਗਦਾ ਉਹ 'ਚ ਉਹਨੂੰ ਮਿਠਾਸ ਆਉਂਦੀ ਆ। ਤੁਸੀਂ ਵੇਖੋ ਆ ਲੋਕ ਪੁੱਤਰਾਂ ਦੇ ਆਨੰਦ ਕਾਰਜਾਂ ਤੇ ਖੁਸ਼ੀਆਂ ਵੇਲੇ ਕਿੱਦਾਂ ਮਿੱਠਾ ਵੰਡਦੇ ਆ। ਜਦੋਂ ਉਹ ਪੁੱਤਰ ਆਖੇ ਨਾ ਲੱਗੇ ਤੇ ਜਿਹੜੇ ਮਹਿੰਗੇ ਮਹਿੰਗੇ ਪੈਲਸਾਂ ਜਨਮ ਦਿਨ ਮਨਾਏ ਹੁੰਦੇ ਆ, ਉਹਦਾ ਕਿਰਾਇਆ ਦੁਖਦਾ ਕਿ ਨਹੀਂ ਦੁਖਦਾ? ਫਿਰ ਆ ਜਦੋਂ ਪੁੱਤਰਾਂ ਧੀਆਂ ਦੇ ਵਿਆਹਾਂ 'ਤੇ ਲੋਕ ਮਹਿੰਗੇ ਮਹਿੰਗੇ ਪੈਲਸ ਕਰਦੇ ਆ, ਲਾਈਟਾਂ ਲਾਉਂਦੇ ਆ, ਭੰਗੜਾ ਪਾਉਂਦੇ ਆ, ਜਦੋਂ 1.5-2 ਸਾਲਾਂ ਬਾਅਦ ਨੂੰਹ ਪੁੱਤ ਆਖੇ ਨਹੀਂ ਲੱਗਦਾ ਤੇ ਫਿਰ ਜਿਹੜਾ ਉਹ ਵਿਆਹ ਦੇ ਉੱਤੇ ਕਰਜ਼ਾ ਚੱਕਿਆ ਹੁੰਦਾ ਉਹ ਬਾਪੂ ਨੂੰ ਦੁਖਦਾ ਕਿ ਨਹੀਂ ਦੁਖਦਾ? ਬੋਲ ਕੇ ਦੱਸਿਓ ਜੀ। ਤੇ ਜੇ ਨੂੰਹ ਪੁੱਤ ਉਹਦੇ ਨਾਲ ਰਹਿਣ, ਸੇਵਾ ਕਰਨ, ਫੇਰ ਕਰਜ਼ਾ ਨਹੀਂ ਦੁਖਦਾ। ਉਹਨੂੰ ਪਤਾ ਵੀ ਸਾਰੇ ਕਮਾਈ ਕਰਦੇ ਅਸੀਂ ਤਾਂ ਲਾਹ ਲੈਣਾ। ਦੁਖਣਾ ਉਦੋਂ ਆ ਜਦੋਂ ਉਹ ਤੁਹਾਡੇ ਨਾਲ ਤੁਹਾਡੇ ਮੁਤਾਬਕ ਨਾ ਚੱਲਿਆ। ਮਿੱਠਾ ਕਰਕੇ ਖਾਇਆ कौड़ा उपजिया साध। बंदे ने बुराई की होना, जो रिश्वतां लेंदे आ, ठगियां मारदे आ, है तो मिठी लगती तां ही लेंदे आ, पर जिहड़े उहदे नतीजे निकलते आ मुड़ के वो बड़े कौड़े निकलते हैं। मिठा करके खाया कौड़ा उपजिया साध। वैसे बाणी दा वाक है, मिठा सो जो भावदा, सज्जन सो जो सो रास। साध संगत जी अपने घरां 'च ना आम मावां पहलां आ मेथे बनाउंदियां हुंदियां सी, कौड़े हुंदे आ, ते आम चीज़ां कई लोग मिठियां चीज़ां बनाउंदे आ। हुण ते अजकल ते डॉक्टर भी कहंदे जे तुसीं शरीर फिट रखना मिठा थोड़ा जिहा घट खाओ। ते हुण आम अपने घरां चासकू बनदा हुंदा सी। हुण ते आउण वाले जवाकां नूं चासकू दा पता भी नहीं होना भी मेथे बनाउणे
ਉਹਦੇ ਵਿੱਚ ਜਿੰਨੀ ਕੌੜੀ ਚੀਜ਼ ਉਨੀ ਸਰੀਰ ਨੂੰ ਫਿੱਟ ਰੱਖਦੀ, ਉਨੀ ਸਰੀਰ ਵਾਸਤੇ ਵਧੀਆ ਸੀ। ਵੀ ਹੈ ਕੌੜੀ ਆ ਪਰ ਤੁਹਾਡੀ ਬਾਡੀ ਲਈ ਵਧੀਆ ਵਾ। ਜਿੰਨੀ ਤੁਸੀਂ ਮਿੱਠੀ ਚੀਜ਼ ਖਾ ਰਹੇ, ਜਿੰਨੀ ਤੁਹਾਡੀ ਜ਼ੁਬਾਨ ਨੂੰ ਚੀਜ਼ ਸਵਾਦ ਰੱਖਦੀ ਆ, ਉਹਨੇ ਤੁਹਾਡੇ ਸਰੀਰ ਲਈ ਸਹੀ। ਹੁਣ ਕਈ ਫਰੂਟ ਇੱਦਾਂ ਦੇ ਆ ਕਿ ਉਹ ਤੁਹਾਡੀ ਜ਼ੁਬਾਨ ਨੂੰ ਚੰਗੇ ਨਹੀਂ ਲੱਗਦੇ ਪਰ ਤੁਹਾਡੇ ਸਰੀਰ ਲਈ ਬਹੁਤ ਵਧੀਆ। ਅਤੇ ਕਈ ਬੰਦਾ ਤੜਕੇ ਲਾ ਕੇ ਮਸਾਲੇ ਲਾ ਖਾਂਦਾ ਅਤੇ ਨਾਲ ਡਾਕਟਰ ਕੋਲ ਵੀ ਜਾਈ ਜਾਂਦਾ, ਨਾਲ ਇੱਦਾਂ 3000 ਦੀ ਦਵਾਈ ਮਹੀਨੇ ਦੀ ਸਾਡੇ ਘਰ ਦੀ ਆ ਜਾਂਦੀ ਹੈ। ਤੂੰ ਜ਼ੁਬਾਨ 'ਤੇ ਕੰਟਰੋਲ ਕਰ ਲਾ, ਵੀ ਤੂੰ ਸਹੁੰ ਖਾਧੀ ਹੈ ਵੀ ਤੜਕੇ ਲਾ ਕੇ ਖਾਣੇ ਨੇ। ਮਤਲਬ ਅਸੀਂ ਕੁਝ ਚੀਜ਼ਾਂ ਆਪ ਅਲਾਮਤਾਂ ਦਿੱਤੀਆਂ ਨੇ, ਕੁਝ ਅਸੀਂ ਆਪ ਸੱਦਾ ਪੱਤਰ ਦਿੱਤਾ ਹੈ। ਜੇ ਅਸੀਂ ਸਾਦਾ ਵਧੀਆ ਤਰੀਕੇ ਨਾਲ ਭੋਜਨ ਖਾਵਾਂਗੇ ਤਾਂ ਵਧੀਆ ਸਭ ਕੁਝ ਸਹੀ ਹੋਏਗਾ। ਨਾਲੇ ਸਾਡੇ ਕੋਲ ਕੁਝ ਚੀਜ਼ਾਂ ਤਾਂ ਜੇ ਸ਼ਹਿਰਾਂ ਨਾਲੋਂ ਪਿਓਰ ਹੈਗੀਆਂ ਨੇ, ਜੇ ਅਸੀਂ ਖਾਣੀਆਂ ਚਾਹੀਏ। ਕਮ ਸੇ ਕਮ ਦੁੱਧ ਜੇ 2-4 ਮੱਝਾਂ ਘਰ ਹੈਗੀਆਂ, ਦੁੱਧ ਤਾਂ ਘਰ ਦਾ ਹੈਗਾ ਹੀ ਆ ਨਾ। ਤੁਹਾਡੇ ਆਪਣੇ ਖੇਤਾਂ ਦੀਆਂ ਮੂਲੀਆਂ ਸਲਗਮ ਤਾਂ ਆਪਣੇ ਘਰ ਦੀਆਂ ਹੈਗੀਆਂ ਨੇ ਨਾ। ਕੁਝ ਚੀਜ਼ਾਂ ਤਾਂ ਸਾਡੇ ਕੋਲ ਬਚੀਆਂ ਹੈਗੀਆਂ ਨੇ ਜਿਹੜੀਆਂ ਅਸੀਂ ਬਚਾ ਸਕਦੇ ਹਾਂ। ਪਰ ਗੱਲ ਇਹੋ ਹੀ ਆ ਨਾ, ਦੂਜੇ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ। ਜਦੋਂ ਆਪਾਂ ਕਿਤੇ ਸ਼ਹਿਰ ਜਾਂਦੇ ਹਾਂ, ਜਿਹਨੂੰ ਸਾਗ ਅਤੇ ਮੱਕੀ ਦੀ ਰੋਟੀ ਅਸੀਂ ਐਵੇਂ ਸਮਝਦੇ ਨਾ, ਉਹ ਇਹਨੂੰ ਤਰਸਦੇ ਆ। ਅਤੇ ਸਾਡੇ ਕਿਤੇ ਪਿੰਡ ਵਾਲਾ ਸ਼ਹਿਰ ਜਾਵੇ, ਕੀ ਖਾਂਦਾ ਭਲਾ ਜਾ ਕੇ ਬੋਲ ਕੇ ਤੁਸੀਂ, ਮੈਨੂੰ ਵੀ ਪੀਜ਼ਾ ਖਵਾ ਦਿਓ, ਮੈਨੂੰ ਵੀ ਬਰਗਰ ਖਵਾ ਦਿਓ। ਮਤਲਬ ਸਾਨੂੰ ਉਹ ਚੀਜ਼ ਚੰਗੀ ਲੱਗੀ ਜਾਂਦੀ, ਇਹਨੂੰ ਕਿਤੇ ਦੂਜੇ ਦੀ ਥਾਲੀ 'ਚ ਲੱਡੂ। ਯਾਨੀ ਕਿ ਉਹ ਤਰਸ ਰਹੇ ਆ ਤੁਹਾਡੀਆਂ ਇਹਨਾਂ ਚੀਜ਼ਾਂ ਨੂੰ ਖਾਣ ਲਈ, ਵੀ ਸਾਨੂੰ ਕਿਤੇ ਮੱਕੀ ਦੀ ਰੋਟੀ ਮਿਲ ਜਾਏ, ਸਾਗ ਮਿਲ ਜਾਏ। ਅਤੇ ਆਪਾਂ 24 ਘੰਟੇ ਸਾਗ ਮੱਕੀ 'ਚ ਰਹਿਣ ਵਾਲੇ ਹਾਂ, ਸਾਨੂੰ ਇਹ ਚੀਜ਼ਾਂ ਪਸੰਦ ਨਹੀਂ ਹੈਗੀਆਂ। ਪਰ ਜੇ ਸੱਚ ਪੁੱਛੋ, ਪੁਰਾਣੇ ਬਜ਼ੁਰਗ ਲੰਬੀ ਉਮਰ ਕਿਉਂ ਭੋਗਦੇ ਸੀ? ਅੱਜ 20, 30, 35 ਸਾਲ ਤੋਂ ਬਾਅਦ ਹੀ ਬੰਦਾ ਟੇਢਾ ਜਿਹਾ ਹੋ ਕੇ ਕਿਉਂ ਤੁਰਦਾ? ਕਿਉਂਕਿ ਸਾਡੀ ਹਰ ਚੀਜ਼ ਉੱਤੇ ਅਸਰ ਪੈ ਰਿਹਾ। ਅਸੀਂ ਸਭ ਕੁਝ ਛੱਡ ਕੇ ਬਹਿ ਗਏ, ਅਸੀਂ ਕੰਮ ਕਰਨ ਨੂੰ ਤਾਂ ਤਿਆਰ ਹੈ ਹੀ ਨਹੀਂ। ਜੇ ਮੈਂ ਕਹਿੰਦਾ ਕਿਸਾਨ ਵੀ ਆਪਣੇ ਖੇਤਾਂ 'ਚ ਖੁਦ ਆਪ ਕੰਮ ਕਰੇ, ਉਹਨੂੰ ਹੋਰ ਕੁਝ ਕਰਨ ਦੀ ਲੋੜ ਹੈ ਨਹੀਂ। ਅਸੀਂ ਸਭ ਕੁਝ ਛੱਡ ਕੇ ਬਹਿ ਗਏ। ਕਮ ਸੇ ਕਮ 2-4 ਮੱਝਾਂ ਹੀ ਰੱਖੀਆਂ ਹੋਣ, ਉਹਨੂੰ ਪੱਠੇ ਪਾਵੇਂਗਾ, ਉਹਨਾਂ ਦੀ ਖੁਰਲੀ 'ਚ ਹੱਥ ਮਾਰੇਗਾ, ਥੋੜ੍ਹੀ ਬਹੁਤੀ ਤੇਰੀ ਬਾਹਾਂ ਦੀ ਵਰਜਿਸ਼ ਤਾਂ ਹੋਏਗੀ ਨਾ। ਹੁਣ ਸੁੱਖ ਨਾਲ ਸੋਹਣੇ ਮਾਰਬਲ ਘਰਾਂ 'ਚ ਲੱਗੇ ਆ, ਮਸ਼ੀਨਾਂ ਕੱਪੜੇ ਧੋਣ ਵਾਲੀਆਂ ਆ ਗਈਆਂ, ਸਾਰਾ ਕੁਝ। ਹੌਲੀ ਰੋਟੀ ਪਕਾਉਣ ਵਾਲੀਆਂ ਵੀ ਪਿੰਡਾਂ 'ਚ ਆ ਜਾਣੀਆਂ ਮਸ਼ੀਨਾਂ। ਵੀ ਇੱਦਾਂ ਵਿੱਚ ਗੁਰਦੁਆਰਿਆਂ 'ਤੇ ਵੱਡਿਆਂ 'ਚ ਆ ਗਈਆਂ, ਵੀ ਇੱਦਾਂ ਆਟਾ ਪਾਓ, ਇੱਦਾਂ ਪੇੜਾ ਫੁੱਲ ਕੇ ਆ ਜਾਣਾ। ਮੁੜ ਕੇ ਇੱਕ ਨਵੀਂ ਮਸ਼ੀਨ ਆਊਗੀ ਜਿਹੜੀ ਇੱਦਾਂ ਬੁਰਕੀ ਤੋੜ ਕੇ ਮੂੰਹ 'ਚ ਵੀ ਪਾਊਗੀ। ਬੰਦੇ ਨੇ ਪੱਥਰ ਬਣ ਜਾਣਾ। ਅਮੀਰੀ ਇਸ ਗੱਲ ਵਿੱਚ ਨਹੀਂ ਆ ਕਿ ਸਭ ਕੁਝ ਮੈਨੂੰ ਬਣਿਆ ਬਣਾਤਾ ਮਿਲਦਾ। ਅਮੀਰੀ ਇਹ ਆ ਕਿ ਆਪਣੇ ਹੱਥੀਂ ਆਪ ਕੰਮ ਕਰਕੇ ਵੇਖੋ, ਮਿਹਨਤ ਕਰੋ, ਆਪਣੇ ਘਰਾਂ 'ਚ ਆਪ ਝਾੜੂ ਪੋਚੇ ਲਾਓ। ਕੀ ਫਰਕ ਪੈਂਦਾ? ਸ਼ਹਿਰਾਂ ਵਿੱਚ ਤਾਂ ਇਹ ਬਿਮਾਰੀਆਂ ਆ ਗਈਆਂ ਵਾ, ਪਿੰਡਾਂ 'ਚ ਹੌਲੀ ਆ ਜਾਣੀਆਂ ਵਾ। ਸ਼ਹਿਰਾਂ 'ਚ ਪੱਕੀਆਂ ਆ ਗਈਆਂ। ਉੱਥੇ ਤਾਂ ਰਸੋਈ 'ਚ ਢੇਰ ਲੱਗਾ ਭਾਂਡਿਆਂ ਦਾ, ਕਹਿੰਦੇ ਮਾਂਜੇ ਨਹੀਂ, ਕਹਿੰਦੇ ਕੰਮ ਵਾਲੀ ਨਹੀਂ ਆਈ ਅਜੇ। ਇਹ ਹੌਲੀ ਆਪਣੇ ਘਰਾਂ 'ਚ ਇਹ ਪ੍ਰੋਬਲਮਾਂ ਆ ਰਹੀਆਂ ਨੇ। ਅਤੇ ਇਸੇ ਕਰਕੇ ਅਸੀਂ ਸਭ ਕੁਝ ਛੱਡਾ ਕੇ ਬੈਠ ਗਏ। ਪਾਤਸ਼ਾਹ ਦੀ ਬਾਣੀ ਕਦੀ ਨਾ ਪਿਆਰਿਆ, ਤੁਸੀਂ ਆਪਣੇ ਹੱਥੀਂ ਆਪਣੇ ਕੰਮ ਕਰਕੇ ਵੇਖੋ, ਸੋਹਣੇ ਬਣੋਗੇ, ਉੱਦਮ ਜ਼ਿੰਦਗੀ 'ਚ ਲਿਆਓਗੇ, ਜ਼ਿੰਦਗੀ ਵਧੀਆ ਬਣੂ, ਤੁਹਾਡੀ ਖੂਬਸੂਰਤ ਬਣੂਗੀ। ਪਾਤਸ਼ਾਹ ਜੀ ਕਹਿੰਦੇ ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ, ਭਾਈ ਮੀਤ ਸੁਰਿਰਦ ਕੀਏ ਵਿਖਿਆ ਰਚਿਆ, ਬਾਦ ਜਾਂਦੇ ਬਿਲੰਬ ਨਾ ਹੋਵੇ। ਇਹਨੂੰ ਜਾਂਦਿਆਂ ਦੇਰ ਨਹੀਂ ਲੱਗਣੀ। ਵਿਣ ਨਾਮ ਹੈ ਵਿਸਮਾਦ। ਮੇਰੇ ਮਨ ਸਤਿਗੁਰੂ ਕੀ ਸੇਵਾ ਲਾਗ। ਆਪਣੇ ਬੱਚਿਆਂ ਨੂੰ ਨਾ ਕੱਪੜੇ ਧੋਣ ਦੀ ਜਾਚ ਵੀ ਸਿਖਾਉਣੀ ਚਾਹੀਦੀ ਹੈ। ਧੀਆਂ ਘਰ 'ਚ ਭਾਵੇਂ ਮਸ਼ੀਨਾਂ ਹੈਗੀਆਂ ਨੇ ਨਾ, ਹਫ਼ਤੇ 'ਚ ਇੱਕ ਦਿਨ ਰੱਖੋ ਵੀ ਕੱਪੜੇ ਹੱਥ ਨਾਲ ਧੋਣੇ, ਤਾਂ ਕਿ ਧੀ ਸਹੁਰੇ ਘਰ ਜਾਵੇ, ਉਹਨੂੰ ਕੱਪੜੇ ਹੱਥੀਂ ਧੋਣ ਦੀ ਜਾਚ ਆਉਣੀ ਚਾਹੀਦੀ ਹੈ। ਹੁਣ ਕਈਆਂ ਕਹਿਣਾ ਇਹ ਵੀ ਗੱਲਾਂ ਗੁਰਦੁਆਰੇ ਕਰਨੀਆਂ ਜ਼ਰੂਰੀ ਆ। ਹਾਂਜੀ, ਜੇ ਨਹੀਂ ਕਰੋਗੇ, ਕਈਆਂ ਦੇ ਕੱਪੜੇ ਧੋਣ ਤੋਂ ਵੀ ਤਲਾਕ ਹੋਏ ਨੇ, ਕਈਆਂ ਦੇ ਰੋਟੀ ਪਕਾਉਣ ਤੋਂ ਵੀ ਤਲਾਕ ਹੋਏ ਨੇ। ਜਿਸ ਬੰਦੇ ਨਾਲ ਵਿਆਹੀ ਸੀ ਉਹ ਚਾਹੁੰਦਾ ਸੀ ਮੈਨੂੰ ਘਰ ਦਾ ਪ੍ਰਸ਼ਾਦਾ ਬਣਿਆ ਮਿਲੇ, ਅਤੇ ਜਿਹੜੀ ਲੜਕੀ ਗਈ ਉਹਨੂੰ ਘਰ ਦੀ ਰੋਟੀ ਬਣਾਉਣੀ, ਉੱਚੀ ਬੋਲੋ ਭੈਣੋ, ਆਉਂਦੀ ਨਹੀਂ ਸੀ। ਉਹ ਆਂਦੇ ਸੀ ਇਹਨੂੰ ਕੀ ਕਰੀਏ, ਜਿਹੜੇ ਅਸੀਂ ਕੰਮ ਸਿਖਾਉਂਦੇ ਹਾਂ। ਇਹ ਵਿਦੇਸ਼ਾਂ ਦੀ ਗੱਲ ਦੱਸ ਰਿਹਾ ਮੈਂ ਤੁਹਾਨੂੰ। ਭਾਵੇਂ ਤੁਹਾਡੇ ਘਰ ਨੌਕਰ ਚਾਕਰ ਜਿੰਨੇ ਮਰਜ਼ੀ ਹੋਣ, ਚਾਹ ਤੋਂ ਕੰਮ ਸ਼ੁਰੂ ਕਰ ਦਿਓ, ਸਬਜ਼ੀ ਬਣਾਉਣ ਤੋਂ ਸ਼ੁਰੂ ਕਰ ਦਿਓ, ਨਾਲ ਮਾਂ ਨੂੰ ਹੌਲੀ ਉਹਦੀ ਹੈਲਪ ਕਰਾਵੇ, ਨਾਲੇ ਮਾਂ ਨੂੰ ਫਾਇਦਾ ਹੋ ਜੂ। ਅਤੇ ਜੇ ਕਿਤੇ ਦਾਦੀ ਪਾਸੋਂ ਕਹਿੰਦੀ ਵੀ ਆ ਨਾ, ਪੁੱਤ ਮਾੜਾ ਜਿਹਾ ਆਪਣੀ ਬੇਟੀ ਨੂੰ ਨਾਲ ਤੋਰ, ਅਤੇ ਕਈ ਭੈਣਾਂ ਤਾਂ ਸਤਿਕਾਰ ਕਰਦੀਆਂ ਵੀ ਮੇਰੀ ਸੱਸ ਨੇ ਚੰਗੀ ਸਿੱਖਿਆ ਦਿੱਤੀ, ਅਤੇ ਕਈ ਇਸ ਗੱਲ ਦਾ, ਉੱਚੀ ਬੋਲੋ ਭੈਣੋ, ਗੁੱਸਾ ਕਰਦੀਆਂ ਵੀ ਲੈ ਦੱਸ ਇਹਨੂੰ ਪੇਕੇ ਤੇ ਹੁਣ ਨਜ਼ਾਰੇ ਲੈ ਲੈਣ ਦਿਓ, ਸਹੁਰੇ ਜਾ ਕੇ ਤਾਂ ਤੋਸਾ ਪਕਾਉਣਾ ਹੀ ਆ।
मतलब ये गल उल्टा लेना नहीं। पुत्तरां नूं भी, अपने बच्चियां नूं भी, अपने बेटे, मैं कला धियां की गल नहीं करता। असीं हुण मैं 1997 कालज गया, सारे काम अपने हत्थीं करने आने चाहिए। कपड़े आप धोने आने चाहिए, सब्जी बनानी आप आनी चाहिए, तुहानूं प्रशादे पकाने आप आने चाहिए। एक कला सिर्फ औरत ही काम क्यों करे। मैं तो अंदोलन की गल करदा, अंदोलन च किन्ने साडे नौजवान गए जिन्हां ने जिंदगी च कदी आटा नहीं सी गुन के वेख्या, कदी रोटी नहीं सी वेल के वेखी। वो जदों गए सी ना, आटा नहीं सी गुनना आउंदा। हुण वेखिओ वो बीबियां नालों वधिया रोटियां गोल बनाउंदियां। क्यों? उत्थे लगातार 1 साल 13 दिन रह के उन्होंने बड़ा कुछ सीखिया। उत्थे सब्जियां बनाउणियां सीख लियां, एक दूजे वाले वेख के। ये काम आपां घरां च सीख सकते हैं कि नहीं सीख सकते? जे निक्कियां निक्कियां गल्लां सीखिए साडा भार बड़ा हौला हो सकता है। तलाक सारे दाज करके नहीं हुंदे, सारे लड़के वाले दाज ही नहीं मंगते, गल्लां भी हुंदियां विच। कोई ना कोई घरां विच आ भी समस्या है जिहड़ी सानूं नजिठण दी लोड़ आ। जिथे धी नूं गुण सिखाने उत्थे पुੱਤ ਨੂੰ भी गुण सिखाओ, चंगे संस्कार दिओ, चंगी सिੱਖਿਆ दिओ। काम करन नाल कोई भी बंदा छोटा। मैं हुण अपने घर जाना, मेरा नगर धुंदा है, मैं लुधियाने रहना, जो असीं जाना मैं अपने घर का काम करन च कोई शर्म महसूस नहीं करता। जो पता भी साडे काम अज नहीं आया, मैं आप नाल करा देना, कोई पट्ठे नाल पा दिओ, तुहाडा कुछ नहीं करदा। आपां कोई डेरेदार हाँ भी हर चीज़ तुहानूं कुड़ता भी प्रैस कीता मिलना है। जदों तुसीं अपने घर दे, तुहाडे चों कईयां दे धी पुੱਤ विदेश गए होणे, पुछिओ उत्थे जे बंदा काम तो आया, औरत भी नाल काम तो आई आ, दोवें रल के घर च सब्जी बनाउंदे आ। इत्थे बंदा रैली तो भी आया होवे ना, कहंदा लियाओ भी कुड़िओ पानी गर्म करो। वो आंदे आया कि तूं अकालियां दी रैली चों, कांग्रेस दी रैली चों, झाड़ीवाड़ दी रैली चों, भी हद हो भी खज्जल हो के उत्थों आए आ, पानी गर्म तुहानूं वो गाड़ियों चंगियां होण ते कहण उन्हां पानी नहीं दित्ता। उत्थों लै आउणा सी बंदा, ते ताश खेड के भी आउंदा ते पता की उम्मीद लाउंदा भी घरों मैनूं आउंदिआं पानी दा गिलास मिले। भी जे तू आप पानी उठ के पी लेंगा, भाई बीबियां भी तो काम कर रही ने। हुण इहदा अर्थ ये ना सोचो भी जान लगे शिकायत ला दिओ कमेटी को भी ये तो बंदा भाई सानूं पुट्ठी मत दे के जांदा। मैं कहना हर एक बंदे नूं रिस्पैक्ट चाहिदी है एक दूजे दे काम दी। जे बंदा बाहरों काम करके आउंदा ते घर बीबी कोई काम घट नहीं करदी। जे अंदोलन दे विच उत्थे बंदियां ने लगातार 1-1 साल 13-13 दिन गुजारे ने, जिन्हां ने पिछों परिवार सांभे, उन्हां दी देन कोई घट नहीं। उन्हां भी तो पिछे परिवार सांभिया ना। जो पिछों परिवार ना सांभदे ते बंदा जाके उत्थे 1 साल 13 दिन किद्दां बहिंदा? पिंडां विच बड़िया साडे कई वीर अंदोलन च 1 दिन भी नहीं गए, पर जिहड़े गए उन्हां दी उन्हां हैल्प भी कीती है ना। मगरों भी लिया मैं भाई तेरी कणक बीज दियां, लिया मैं तेरा भाई मंडी जाके झोना सुੱਟ आवां, लिया मैं तेरी पैली, तेरा ट्रैक्टर उत्थे खलोता, लिया मैं तेरी पैली वादा। ये भी तो एक बड़ी तगड़ी है, ये टीम आ, ये टीम दे नाल ही आपां अगे वधे आ। ते साडे एके ने ही ये 3 कानून वापस कराए ने। एके च बड़ी वड्डी ताकत, बड़ी वड्डी ताकत एके विच। तो पातशाह जी कहंदे ने जांदे बिलम ना होवई विण ना मैं विस्माद, ज्यों कूकर हर काया थावे दह दिश जाए। वेखो कुत्ता ना आपां अपने घर च पालदे आ, कुत्ते नूं इन्नी क समझ हैगी भी ये मेरा मालक आ ते मेरे मालक दा घर आ, ये मेरे मालक दे बच्चे आ। कुत्ता घर दे जीआं नूं कदी नहीं वढदा। निक्का जिहा जवाक भी होऊ ना कुत्ते नाल खेडदा, पर वो कुत्ता गली च जाण वाले बंदे वास्ते मौत ही आ सिद्धी। पर घर दे निक्के जे जवाक उहदे मूँह च हत्थ पाई फिरदे। क्यों जी? कुत्ते नूं समझ वा भी इस 4 दीवारी दे अंदर आ जिहड़े जी आ ये मेरे अपने आ। पर जिदन कुत्ता हड़काया हो जाए ना, उदण नहीं उन्होंने किसी गल का पता, उदण तो घर का मालक भी उहदे तो डरदा। तो फिर उहदे अनाउंसमेंट कराउणी पैंदी जी फलाने रंग का कुत्ता, भाई अपना आप उहदे तो बचा के रखियो। इत्थे हड़काया कुत्ता किहनूं आख्या गुरु अर्जन साहब ने भला? लालची बंदे नूं। किहनूं आख्या जी? बोल के दस्सिओ। लालची बंदा हड़काए कुत्ते वर्गा। जिवें कुत्ते नूं जदों कुत्ता मैंटल हो जाता, हड़काया हो जाता, वो अपना मालक नहीं वेखदा भी अज इहो मेरा मालक है। अगों पिछों मालक नूं ते कम से कम कुछ नहीं कहंदा, वो तो उन्होंने ही पैंदा ना जिहड़ा उहदा अपना नहीं हैगा। पर अज उन्हें अपने मालक नूं भी वड्ढिया ते मालक भी उहदे तो डर लग पिया। क्यों? क्योंकि कुत्ता हड़काया अज। हुण गुरु अर्जन साहब महाराज कहंदे ज्यों कूकर हड़काया धावै,
ਦਹ ਦਿਸ਼ ਜਾਏ। ਜਿਵੇਂ ਹਲਕਾਇਆ ਕੁੱਤਾ, ਇੱਕ ਬੰਨੇ ਨਹੀਂ। ਹੁਣ ਜਿਹੜਾ ਕੁੱਤਾ ਸਹੀ ਆ ਨਾ, ਤੁਸੀਂ ਆਪਣੇ ਖੇਤਾਂ ਨੂੰ ਜਾਓ, ਆਪਣੇ ਘਰੋਂ, ਤੁਹਾਡੇ ਖੇਤ ਤੁਹਾਡੇ ਘਰ ਤੋਂ 1 ਕਿਲੋਮੀਟਰ ਦੂਰ ਆ। ਕਈ ਵਾਰੀ ਕੁੱਤਾ ਆਪਣੇ ਨਾਲ ਚੱਲ ਜਾਂਦਾ ਅਤੇ ਆਪਾਂ ਘਰ ਆਉਂਦੇ ਹਾਂ ਅਤੇ ਕੁੱਤਾ ਆਪਣੇ ਆਪ ਆਪਣੇ ਘਰ ਆ ਜਾਂਦਾ, ਕਿਉਂਕਿ ਉਹਨੂੰ ਆਪਣੇ ਘਰ ਦਾ ਪਤਾ ਵੀ ਆਹ ਪਿੰਡ ਵਿੱਚ ਆਹ ਸਾਡਾ ਘਰ ਵਾ। ਪਰ ਜਦੋਂ ਹਲਕਾਇਆ ਹੁੰਦਾ ਨਾ, ਉਦੋਂ ਉਹਦਾ ਕੋਈ ਘਰ ਨਹੀਂ ਹੁੰਦਾ। ਉਦੋਂ ਦਹਿ ਦਿਸ਼ ਸਮਝਿਓ, ਜਿੱਧਰ ਨੂੰ ਮੂੰਹ ਚੁੱਕ ਲਿਆ ਉਹਨੇ ਉੱਧਰ ਹੀ ਤੁਰ ਪੈਣਾ। ਅੱਜ ਉਹਨੂੰ ਘਰ ਦਾ ਪਤਾ ਹੀ ਨਹੀਂ ਵੀ ਮੇਰਾ ਘਰ ਕਿੱਥੇ ਆ। ਲਾਲਚੀ ਬੰਦਾ ਵੀ ਜਦੋਂ ਹੋ ਜਾਂਦਾ, ਉਹਦਾ ਆਪਣਾ ਘਰ ਕੋਈ ਨਹੀਂ ਹੁੰਦਾ ਫਿਰ। ਕਿਉਂ ਭਲਾ? ਜਦੋਂ ਸਿਰ ਨੂੰ ਲਾਲ ਚੜ੍ਹਦਾ, ਪਤੀ ਵੀ ਪਤਨੀ ਦਾ ਕਤਲ ਕਰ ਸਕਦਾ, ਅਤੇ ਪਤਨੀ ਵੀ ਪਤੀ ਨੂੰ ਮਾਰ ਸਕਦੀ ਹੈ। ਮਾਵਾਂ ਪੁੱਤ ਮਾਰ ਸਕਦੀਆਂ, ਅਤੇ ਪੁੱਤਾਂ ਦੇ ਕੋਲੋਂ ਮਾਵਾਂ ਦੇ ਕਤਲ ਹੁੰਦੇ ਵੇਖੇ। ਕਿਉਂ? ਕਿਉਂਕਿ ਬੰਦਾ ਲਾਲਚੀ ਹੋ ਗਿਆ ਵੀ। ਅੱਜ ਹਲਕਾਇਆ ਕੁੱਤਾ, ਹੁਣ ਹਲਕਾਏ ਕੁੱਤੇ ਬਾਰੇ ਤਾਂ ਪਤਾ ਲੱਗ ਗਿਆ। ਜਿਹੜਾ ਬੰਦਾ ਲਾਲਚੀ ਹੈ, ਕਿੰਨੇ ਆਪਾਂ ਘਰ ਸਮਾਜ ਵਿੱਚ ਤਬਾਹ ਹੁੰਦੇ ਵੇਖੇ ਆ। ਦਾਜ ਕਰਕੇ ਕਿੰਨੀਆਂ ਧੀਆਂ ਦਾਜ ਦੀ ਬਲੀ ਚੜ੍ਹੀਆਂ, ਕਿੰਨਿਆਂ ਭਰਾਵਾਂ ਨੇ ਭਰਾਵਾਂ ਦੇ ਕਤਲ ਕੀਤੇ ਲਾਲਚ ਬਦਲੇ। ਕਿੰਨੇ ਬਾਪ ਸਮਾਜ ਵਿੱਚ ਆਪਾਂ ਕੋਈ ਨਾ ਕੋਈ ਰੋਜ਼ ਨਿਊਜ਼ ਇੱਦਾਂ ਦੀ ਸੁਣਦੇ ਹਾਂ, ਜਿੱਥੇ ਲਾਲਚ ਵਸ ਹੋ ਕੇ ਇਹ ਕੰਮ ਹੋਏ ਨੇ। ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ਼ ਜਾਏ। ਲੋਭੀ ਜੰਤ ਨ ਜਾਣਈ ਭਖ ਅਪਖ ਸਭ ਖਾਏ। ਭਖ ਕਹਿੰਦੇ ਖਾਣ ਵਾਲੀ ਚੀਜ਼, ਅਪਖ ਕਹਿੰਦੇ ਨਾ ਖਾਣ ਵਾਲੀ ਚੀਜ਼। ਨਾ ਖਾਣ ਵਾਲੀਆਂ ਚੀਜ਼ਾਂ ਵੀ ਫਿਰ ਖਾ ਜਾਂਦਾ ਲਾਲਚੀ ਬੰਦਾ। ਫਿਰ ਲਾਲਚੀ ਬੰਦੇ ਦਾ ਕੋਈ ਆਪਣਾ ਘਰ ਨਹੀਂ, ਕੋਈ ਆਪਣਾ ਪਰਿਵਾਰ ਨਹੀਂ। ਲਾਲ ਜਦੋਂ ਸਿਰ 'ਤੇ ਚੜ੍ਹਦਾ ਨਾ, ਉਦੋਂ ਸਕਿਆਂ ਭਰਾਵਾਂ ਕੋਲੋਂ ਵੀ ਭਰਾਵਾਂ ਦੇ ਕਤਲ ਹੁੰਦੇ। ਤੁਸੀਂ ਸਮਾਜ ਵਿੱਚ ਵੇਖੇ ਹੋਣੇ। ਖੇਤਾਂ 'ਚ ਮਾੜੀ ਜਿਹੀ ਗੱਲ ਤੋਂ ਲੜਾਈ ਹੋ ਪਈ, ਪਾਣੀ ਲਾਉਣ ਤੋਂ ਲੜਾਈ ਹੋ ਪਈ, ਟਰੈਕਟਰ ਲੰਘਾਉਣ ਤੋਂ ਲੜਾਈ ਹੋ ਪਈ, ਕੰਧ ਸਿੱਧੀ ਕਰਨ ਤੋਂ ਲੜਾਈ ਹੋ ਪਈ, ਕਿੰਨਾ ਕੁਝ ਵਾਪਰਦਾ। ਪਾਤਸ਼ਾਹ ਕਹਿੰਦੇ, ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ਼ ਜਾਏ। ਲੋਭੀ ਜੰਤ ਨ ਜਾਣੇ ਭਖ ਅਪਖ ਸਭ ਖਾਏ। ਕਾਮ ਕ੍ਰੋਧ ਮਦ ਵਿਆਪਿਆ ਫਿਰ ਜੂਨੀ ਪਾਏ। ਨਸ਼ਾ ਕੱਲਾ ਸਮੈਕ ਚਰਸ ਸ਼ਰਾਬ ਅਫੀਮ ਦਾ ਹੀ ਨਹੀਂ, ਕਾਮ ਵਾਸ਼ਨਾਵਾਂ ਵੀ ਇੱਕ ਨਸ਼ਾ, ਕ੍ਰੋਧ ਵੀ ਇੱਕ ਨਸ਼ਾ ਵਾ। ਇਸ ਨਸ਼ੇ 'ਚ ਵੀ ਤਾਂ ਕਈਆਂ ਦੇ ਘਰ ਤਬਾਹ ਹੁੰਦੇ। ਕਾਮ ਕ੍ਰੋਧ ਮਦ ਕਹਿੰਦੇ ਨਸ਼ੇ ਨੂੰ। ਕਾਮ ਕ੍ਰੋਧ ਮਦ ਵਿਆਪਿਆ ਫਿਰ ਜੂਨੀ ਪਾਏ। ਜਦੋਂ ਇਹ ਦੋਨੋਂ ਚੀਜ਼ਾਂ ਦਾ ਨਸ਼ਾ ਬੰਦੇ ਦੇ, ਇਹਨੂੰ ਬਾਣੀ ਚੰਡਾਲ ਆਖਿਆ ਕਾਮ ਅਤੇ ਕ੍ਰੋਧ ਨੂੰ। ਕਾਮ ਕ੍ਰੋਧ ਤਨ ਵਸੈ ਚੰਡਾਲ। ਜਿਹੜਾ ਚੰਡਾਲ ਹੁੰਦਾ ਨਾ, ਜੇਲ੍ਹਾਂ 'ਚ ਫਾਂਸੀ ਦਿੰਦਾ ਜਿਹੜਾ ਚੰਡਾਲ, ਕਿਤੇ ਚੰਡਾਲ ਤੁਰਿਆ ਆਉਂਦਾ ਹੋਵੇ ਤਾਂ ਲੋਕ ਕਹਿੰਦੇ ਇਹਦਾ ਪਰਛਾਵਾਂ ਨਾ ਸਾਡੇ ਬੱਚਿਆਂ 'ਤੇ ਪੈ ਜੇ, ਕਿਤੇ ਇਹਨੇ ਪਤਾ ਨਹੀਂ ਕਿੰਨਿਆਂ ਬੰਦਿਆਂ ਨੂੰ ਜ਼ਿੰਦਗੀ 'ਚ ਫਾਹੇ ਟੰਗਿਆ। ਅਤੇ ਪਾਤਸ਼ਾਹ ਕਹਿੰਦੇ, ਉਹ ਬਾਹਰਲੇ ਚੰਡਾਲ ਕੋਲੋਂ ਤਾਂ ਬਚਾ ਲੋਗੇ। ਉਹਦੀ ਜੋਬ ਸੀ, ਉਹਦੀ ਡਿਊਟੀ ਸੀ। ਉਹ ਮਾਰਨਾ ਥੋੜ੍ਹਾ ਸੀ ਕਿਸੇ ਨੂੰ ਚਾਹੁੰਦਾ। ਜੱਜ ਵੀ ਕਲਮ ਤੋੜ ਦਿੰਦਾ ਜਦੋਂ ਕਿਸੇ ਨੂੰ ਫਾਂਸੀ, ਜਦੋਂ ਸਜ਼ਾ ਸੁਣਾਉਂਦਾ ਨਾ, ਉਹ ਕਲਮ ਤੋੜਦਾ। ਉਹਦਾ ਦੱਸਣਾ ਚਾਹੁੰਦਾ ਕਿ ਮੈਂ ਸਹਿਮਤ ਨਹੀਂ ਸੀ ਹੈਗਾ, ਹੁਣ ਕੀ ਕਰਾਂ, ਮੇਰੀ ਜੋਬ ਹੈ, ਮੇਰੀ ਡਿਊਟੀ ਹੈ। ਮੈਂ ਉਹ ਪੈਨ ਹੀ ਤੋੜਤਾ ਜਿਹਨੇ ਇਹ ਚੀਜ਼ ਲਿਖੀ ਆ। ਜਿਹੜਾ ਜਲਾਦ ਆ, ਉਹਦੀ ਜੋਬ ਹੈ, ਉਹਦੀ ਡਿਊਟੀ ਹੈ, ਉਹਦੀ ਦੁਸ਼ਮਣੀ ਸੀ ਕਿਸੇ ਨੇ ਤੈਨੂੰ ਫਾਹੇ ਟੰਗਣਾ। ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਮਹਾਨ ਯੋਧਿਆਂ ਨੂੰ ਉਹਨਾਂ ਨੇ, ਜਿਨ੍ਹਾਂ ਜਲਾਦਾਂ ਨੇ, ਹੋ ਸਕਦਾ ਕਿ ਉਹ ਕਿੰਨੇ ਅੰਦਰੋਂ ਤੜਪਿਆ ਹੋਊਗਾ, ਅੰਦਰੋਂ ਕਿੰਨਾ ਅੰਦਰੋਂ ਦੁਖੀ ਹੋਇਆ ਹੋਏਗਾ ਕਿ ਮੈਂ ਅੱਜ ਇੰਨੇ ਯੋਧਿਆਂ ਨੂੰ, ਮੈਨੂੰ ਲੱਗਾ ਉਹਨੇ ਕਿਨਾਰਾ ਕੀਤਾ ਹੋਊਗਾ, ਮੈਂ ਇਹ ਕੰਮ ਨਹੀਂ ਕਰਨਾ। ਪਰ ਡਿਊਟੀ ਸੀ, ਉਹਨੂੰ ਵੀ ਪਤਾ ਸੀ ਕਿ ਜੇ ਮੈਂ ਨਾ ਕਰਦਾ ਕਿਸੇ ਹੋਰ ਨੇ ਕਰਨਾ ਸੀ। ਮੇਰੀ ਜੋਬ ਹੈ, ਮੇਰੀ ਡਿਊਟੀ ਹੈ। ਇਹ ਤਾਂ ਚੰਡਾਲ ਬਾਹਰ ਹੈ, ਪਰ ਬੰਦੇ ਦੇ ਅੰਦਰ ਵੀ ਦੋ ਚੰਡਾਲ ਬੈਠੇ ਨੇ। ਕਾਮ ਕ੍ਰੋਧ ਤਨ ਵਸੈ ਚੰਡਾਲ। ਬਾਹਰ ਦੀਆਂ ਚੰਡਾਲਾਂ ਤੋਂ ਤਾਂ ਬਚਾ ਲਓਗੇ ਆਪਣੇ ਆਪ ਨੂੰ, ਜਿਹੜੇ ਅੰਦਰ ਦੋ ਚੰਡਾਲ ਬੈਠੇ ਇਹਦੇ ਤੋਂ ਕਿੱਦਾਂ ਬਚਾਓਗੇ ਆਪਣੇ ਆਪ ਨੂੰ। ਇਹ ਚੰਡਾਲ ਪਤਾ ਨਹੀਂ ਕਿਹੜੇ ਵੇਲੇ ਇਹਨੂੰ ਕਮਲ ਕੁੱਦਦਾ ਅਤੇ ਆਪਣੇ ਘਰੇ ਹੀ ਅੱਗ ਲਾ ਕੇ ਬਹਿ ਜਾਂਦਾ। ਕ੍ਰੋਧ ਚੰਡਾਲ ਨਹੀਂ, ਕਾਮ ਵਾਸ਼ਨਾਵਾਂ ਚੰਡਾਲ ਨਹੀਂ। ਕਾਮ ਕ੍ਰੋਧ ਤਨ ਵਸੈ ਚੰਡਾਲ। ਧਾਨਕ ਰੂਪ ਰਹਾਂ ਕਰਤਾਰ। ਮੈਂ ਧਾਨਕਾਂ ਵਾਲਾ, ਸ਼ਿਕਾਰੀਆਂ ਵਾਲਾ ਰੂਪ ਬਣਾਇਆ ਹੋਇਆ, ਮਹਾਰਾਜ ਕਹਿੰਦੇ ਨੇ। ਇਸ ਕਰਕੇ ਕਾਮ ਕ੍ਰੋਧ ਮਦ ਵਿਆਪਿਆ ਫਿਰ ਜੂਨੀ। ਇਹ ਹੈ ਜੂਨਾ ਜਿਹੜੀਆਂ ਅਸੀਂ ਜਿਉਂਦੇ ਜੀ ਜੂਨਾ ਭੋਗ ਰਹੇ ਹਾਂ। ਕਦੀ ਸੱਪ ਬਣ ਜਾਂਦੇ ਹਾਂ, ਕਦੀ ਮੱਛੀ ਬਣ ਜਾਂਦੇ ਹਾਂ। ਇਹ ਜੂਨਾ ਨੇ।
गुरमंत्र हीण सचो प्राणी त्रिगंत जन्म पृष्ठन है कूकर है सूकर है गर्दब है काका है सरपन है तुल तुल कहते बराबर खला कहते मूर्ख नूं मूर्ख बंदे आ जे गुरु की सिक्ख्या कोल नहीं हैगी इन्हां पंजां दे बराबर है तू कूकर है कुत्ता सूकर है सूर गर्दब है गधा काका है कां सरपन है सप तुल कहते बराबर नूं खला कहते मूर्ख नूं जे गुरु की सिक्ख्या तेरे कोल नहीं हैगी इन्हां पंजां दे बराबर है तू जानी कि तू ये पंजां दी जून भोग रहा तो ये जूना भोग के जाता मर तो मगर असीं कहने टेढ़ियां मेढ़ियां जूना तो बचा के रखियो जूना तो पहले ही भोग लिया आप जूना तो इस मनुखा शरीर च ही भोगी जा रहे हैं असीं तो पारशक दे काम क्रोध मद व्यापिया फिर जोनी पाए माया जाल पसारिया आ बच्चे वेख्या अज तो कुछ समा पहले खेडते हुंदे सी टोकरा लैना उहदे थल्ले एक डंडा डा लेना चेता आए ना तुहानूं जिहड़ियां खेडां खेडदे हुंदे सी बच्चे तो डंडे नाल एक रस्सी बन लैनी तो टोकरे थल्ले रोटियां दे टुकड़े खिलार देने तो आप दूर जाके बह जाना तो पंछियां ने वो रोटियां दे टुकड़े चुगदियां टोकरी थल्ले आण के मस्त हो जाना उन्हें इधर रस्सी खिंचनी तो डंडा डिग पैना तो टोकरा उन्हां पंछियां दे उत्ते आ जाना होना कि वो चिड़ियां होंदियां सी घुग्गियां होणियां बच्चियां ने कहना उन्होंने कुछ नहीं आ 2 मिनटां बाद पानी पिया के फेर छड्ड देना खेड ही हुंदी सी 10 मिनट उन्हां दी पर एक इशारा सी कि जे रोटियां दे टुकड़े ना पाए हुंदे ते उस चिड़ी ने ते घुग्गी ने टोकरी थल्ले आउणा सी इदां ही बंदिया तैनूं अगले चोगा पाउंदे आ फसाउण लई माया जाल पसारिया माया दा जाल वा माया जाल पसारिया भीतर चोग बनाए उहदे विच चोगा सुटिया होया चोगा कहदा काम क्रोध लोभ मोह हंकार दा ते ये पंछी कौन है जीव तृष्णा पंखी फसिया ये जीव पंछी उस चोगे नूं चुगदा चुगदा इहो जिहा मस्त हो जांदा अगले लिया के उत्तों फड़ लैंदे फिर इदां माया जाल पसारिया भीतर चोग बनाए तृष्णा पंखी फसिया निकस ना पाए माए इहदे कोलों निकलिया नहीं जा रहा क्यों नहीं निकलिया जा रहा क्योंकि जिन कीता तिसे ना जाने जिन इहनूं पैदा कीता इहने उहदे नाल सांझ ही नहीं पाई जिन कीता तिसे ना जाने फिर आवे जाए बार बार जम्मण मरण के चक्करां च पै गया हुण जिन्हां योधियां दे दिन मना रहे हैं ना जाल तो इन्हां ते भी बड़े पाए पहले लालच दिता पर इन्हां चोगा चुगया नहीं लालच दिता इन्हां नूं साहिबजादिआं नूं चोगा नहीं चुगया गुरु गोबिंद सिंह महाराज नूं किन्ने लालच दिते नहीं चोगा नहीं चुगया साडे चोगा चुगी जाते इत्थों गोडा बदलते जी इत्थों मोढा बदलते जी उन्हें साडे बच्चों की फीस तार देनी जी साडा आ कर देना तो ये चोगा चुगते चुगते फिर इहो जिहा फसना जदों तुसीं फस गए फिर अगले ने बोली भी तुहाडे कोलों बोलो जी अपनी बुलाउणी है लीडरशिप भी तो इदां ही आ जे पटा ही पाउणा तो कम से कम गुरु का तो पवाओ लीडरशिप का कईयां नूं बड़ा माण हुंदा ना अपनियां राजनीतिक झड्डियां लाई फिरनगे गड्डियां दे उत्ते माण खुणगे भी मैं इस पार्टी का बंदा बई ये 4 साल आ उस तो बाद फिर अगली आ जानी है जे वोटां ना पईयां तो फिर उदां रह जानी है हुण जिन्हां लीडरां ने जिन्हां बंदियां ने लीडरां नाल फोटोआं लवाईआं हुंदियां जे वो सरकार आ जाए तो फब बहिंदे आ ते जे फोटो लवाई होवे वो सरकार ना आवे तो फोटो ला के कई वारी सूटकेस भी रख दिंदे आ ते कई एडे हुंदे आ ढीठ जे उन्हां सारिआं नाल लवाईआं हुंदियां ਉਹ फिर वो सूटकेस च मतलब वो फोटो कढ़नी जिहड़ी सरकार आ गई उन्होंने पग्गां सारियां रखियां नीली भी चिट्टी भी वो फिर जो जाणगे भोग तो फिर जो जे कांग्रेस दे गए चिट्टी बन लैनी है जे अकालियां दे गए तो नीली बन लैनी है तो दूजी का अजे पता कोई नहीं हो जे अध विचकार ही काम खिल रहा फिरदा झाड़ू जे वो बारे आप कह कोई नहीं सकते क्योंकि मैं जिहदा नां छड्डता तुसीं जाण लग्गिआं कमेटी नूं कहना भी ये बंदा उन्हां दा होना ना मैं फुल वाले तो कुछ लेना ना मैं झाड़ू वाले तो कुछ लेना ना आप तकड़ी तो ना पंजा दिता आपां नूं अजे तक किसी ने कुछ नहीं आ सियाणे बन जाओ सूझवान बन जाओ रोटी तुसीं अपनी खानी आ समस्या साडी इत्थे आ भी असीं अजे तक चक्रव्यूह च फसे पे जिन्ना असीं इन्हां धड़ियां दे पिछे एनर्जी वेस्ट कीती आ ना जे पिंडां दे पिंड इकट्ठे रहिंदे ना असीं बहुत कुछ अपनी जिंदगी विच तरक्की कर सकते सी वो लोग सानू लड़ा के आप राजनीति खेडते पे असीं पिंडां 'च दुश्मनियां पा के बैठे हुए वो न्याणे अगलियां न्याणे विआहे जवाक विआहे आ
ਜਦੋਂ ਇੱਕ ਲੀਡਰ ਭਾਸ਼ਣ ਦਿੰਦਾ ਨਾ ਦੂਜੇ ਨੂੰ ਇੱਦਾਂ ਆਪਾਂ ਕਿੰਨੇ ਖੁਸ਼ ਨੇ, ਅੱਜ ਫਲਾਣੇ ਨੇ ਕਿੰਨਾ ਉਹਨੂੰ ਠੋਕਿਆ ਬਈ। ਉਹ ਬਾਅਦ 'ਚ ਉਹਨੂੰ ਫੋਨ ਆਉਂਦਾ, ਕਿੱਦਾਂ ਰਿਹਾ ਕੀ, ਮੈਂ ਤੇਰਾ ਨਾਮ ਵਧੀਆ ਆਉਂਦਾ, ਵਧੀਆ ਲਿਆ, ਹੋਰ ਮੇਰੇ ਬਾਰੇ ਵਿਰੋਧ ਬੋਲ, ਤਾਂ ਕਿ ਲੋਕਾਂ ਨੂੰ ਲੱਗੇ ਵੀ ਤੁਸੀਂ ਤੇ ਮੈਂ ਆਪਣੀ ਬਣਦੀ ਨਹੀਂ ਹੈਗੀ ਤੇ ਸਾਡੇ ਪਿੰਡਾਂ 'ਚ ਮਾਣ ਕਰੀ ਜਾਣਗੇ। ਕਦੋਂ ਸਮਝਾਂਗੇ ਅਸੀਂ? 7 ਸਾਲ ਦੇ ਬਾਬਾ ਫਤਿਹ ਸਿੰਘ ਨੂੰ ਪਤਾ ਹੈ ਦੁਸ਼ਮਣ ਦੇ ਦਰਬਾਰ 'ਚ ਜਾ ਕੇ ਵੀ ਗੱਜ ਕੇ ਫਤਿਹ ਬੁਲਾਈ ਹੈ। ਸਾਡੇ ਅਗਲੇ ਚੋਗਾ ਪਾਉਂਦੇ, ਜਿੱਥੇ ਮਰਜ਼ੀ ਲੈ ਜਾਓ ਇਹਨਾਂ ਨੂੰ, ਇਹਨਾਂ ਕੋਲ ਜਕਾਰਾ ਛਡਾ ਲਓ, ਜੈ ਸੱਚੇ ਦਰਬਾਰ ਕੀ ਕਵਾ ਲਓ, ਹਰੇ ਲੋਲੀਆ ਕੀ ਕਹਿੰਦੇ ਭਲਾ ਉਹ ਵੀ ਕਵਾ ਲਓ, ਜਕਾਰਾ ਛਡਾ ਲਓ, ਫਤਿਹ ਬੁਲਾ ਲਓ, ਪਤਾ ਹੀ ਕੁਛ ਨਹੀਂ, ਖਿਚੜੀ ਬਣ ਗਈ। ਜਿੱਦਾਂ ਮਿਕਸ ਸਬਜ਼ੀ ਨਹੀਂ ਹੁੰਦੀ, ਮਿਕਸ ਸਬਜ਼ੀ ਹੁਣ ਤੁਸੀਂ ਮਟਰ ਗਾਜਰ ਬਣਾਉਣੇ ਆ ਤੇ ਉਹ 2 ਹੀ ਚੀਜ਼ਾਂ ਪੈਣੀਆਂ, ਤੀਜੀ ਕਿੱਦਾਂ ਪਾਓਗੇ? ਵੱਧ ਤੋਂ ਵੱਧ ਆਲੂ ਪਾ ਲਓਗੇ। ਪਰ ਮਿਕਸ ਸਬਜ਼ੀ ਦਾ ਤੇ ਕੋਈ ਹੱਦ ਬਣਾ ਨਹੀਂ ਹੈਗਾ, ਵਿੱਚੇ ਬੈਂਗਣ, ਵਿੱਚੇ ਭਿੰਡੀ, ਭਾਵੇਂ 15 ਸਬਜ਼ੀਆਂ ਪਾ ਲਓ, ਮਿਕਸ ਤੇ ਮਿਕਸ ਹੀ ਆ ਨਾ। ਅੱਜ ਅਸੀਂ ਮਿਕਸ ਸਬਜ਼ੀ ਬਣ ਗਏ। ਜਿਨ੍ਹਾਂ ਦੇ ਦਿਨ ਮਨਾ ਰਹੇ ਹੋ ਉਹ ਇੱਕ ਸੀ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ। ਉਹਨਾਂ ਨੂੰ ਕਿਹਾ ਵੀ ਗੱਜ ਕੇ ਇੱਥੇ ਫਤਿਹ ਨਹੀਂ ਬੁਲਾਉਣੀ, ਇੱਥੇ ਝੋਕੇ ਸਲਾਮ ਕਰੋ। ਉਹ ਆਂਦੇ ਨਾ ਭਾਈ, ਸਾਡੀ ਹਰ ਥਾਂ ਤੇ ਫਤਿਹ ਹੁੰਦੀ ਹੈ, ਅਸੀਂ ਫਤਿਹ ਬੁਲਾਵਾਂਗੇ। ਗੁਰੂ ਦੇ ਬੱਚੇ ਹਾਂ ਅਸੀਂ, ਹੈਗੇ ਤੇ ਆਪਾਂ ਵੀ ਗੁਰੂ ਦੇ ਬੱਚੇ ਹਾਂ। ਸਾਡੇ ਵੀਰਵਾਰ ਸੀਸੀਆਂ ਫੜੀਆਂ ਹੁੰਦੀਆਂ ਹੱਥਾਂ 'ਚ, ਕਿੱਥੇ ਚੱਲਿਆ ਜੀ? ਮੈਂ ਦੀਵਾ ਜਗਾਉਣ ਚੱਲਿਆ ਜੀ। ਕਿੱਥੇ? ਕਬਰ ਤੇ। ਤੂੰ ਕਿੱਥੇ ਚੱਲਿਆ? ਮੈਂ ਫਲਾਣੇ ਬਾਬਿਆਂ ਦੀ ਬਰਸੀ 'ਤੇ ਚੱਲਿਆ। ਇੱਕ ਗੱਲ ਮੈਂ ਅਖੀਰ 'ਤੇ ਕਹਿਣਾ ਚਾਹੁੰਦਾ, ਹੁਣ ਥੋੜ੍ਹਾ ਜਿਹਾ ਭਾਵੇਂ ਫਰਕ ਪੈ ਜਾਏ, ਪੰਜਾਬ ਦੇ ਡੇਰੇ ਦਾ ਨਾਂ ਦੱਸਿਓ ਜਿਨ੍ਹਾਂ ਕਦੀ ਸਾਹਿਬਜ਼ਾਦਿਆਂ ਦੇ ਦਿਨ ਆਪਣੇ ਡੇਰਿਆਂ 'ਚ ਮਨਾਏ ਹੋਣ। ਅਗਲਿਆਂ ਨੂੰ ਕੀ ਲੋੜ ਹੈ ਜੀ? ਕਿਉਂ? ਕਿਉਂਕਿ ਉਹਨਾਂ ਕੋਲ ਬਰਸੀਆਂ ਮਨਾਉਣ 'ਚੋਂ ਵੇਲ ਹੋਏਗੀ ਤੇ ਸਾਹਿਬਜ਼ਾਦਿਆਂ ਨੂੰ ਯਾਦ ਕਰਨਗੇ। ਧਿਆਨ ਹੀ ਹੈ ਨਹੀਂ ਇੱਧਰ। ਸਿਆਣੇ ਬਣ ਜਾਈਏ। ਸਭ ਤੋਂ ਪਹਿਲਾਂ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ, ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਤੁਹਾਡੀ ਸਮੁੱਚੀ ਕਮੇਟੀ ਦਾ, ਭਾਈ ਸਾਹਿਬ ਹੋਣਾ ਦਾ, ਸਮੁੱਚੀਆਂ ਸੰਗਤਾਂ ਦਾ, ਕਿ ਜੇ ਅਸੀਂ ਇੱਦਾਂ ਪਿੰਡੋ ਪਿੰਡੀ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਸਮਾਗਮ ਰੱਖੀਏ, ਕੋਈ ਗੁਰੂ ਦੀ ਗੱਲ ਹੋਵੇ, ਕੋਈ ਗੁਰੂ ਦੇ ਉਪਦੇਸ਼ ਦੀ ਗੱਲ ਹੋਵੇ, ਤੇ ਸਾਡੇ ਬੱਚਿਆਂ 'ਚ ਚੇਤਨਤਾ ਆਵੇ ਕਿ ਜਿਹੜੀ ਦ੍ਰਿੜਤਾ ਸੀ ਉਹਨਾਂ ਦੇ ਜੀਵਨ ਵਿੱਚ। ਜਦੋਂ ਸਾਡੇ ਬੱਚਿਆਂ ਨੂੰ ਆਪਣੇ ਸਾਹਿਬਜ਼ਾਦਿਆਂ ਬਾਰੇ, ਵਿਰਸੇ ਬਾਰੇ ਪਤਾ ਹੋਏਗਾ, ਉਹ ਮਾਣ ਮਹਿਸੂਸ ਕਰਨਗੇ ਅਸੀਂ ਐਸੇ ਗੁਰੂ ਦੇ ਪੁੱਤਰ ਹਾਂ। ਅਸੀਂ ਦੱਸ ਹੀ ਕੁਝ ਨਹੀਂ ਪਾਏ, ਜੋ ਕੁਝ ਦੱਸਿਆ ਉਹ ਬੱਚੇ ਸਾਡੇ ਗ੍ਰਹਿਣ ਕਰਕੇ ਬਹਿ ਗਏ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ, ਅਨੇਕ ਪ੍ਰਕਾਰੀ ਮੋਹਿਆ, ਅਨੇਕਾਂ ਤਰੀਕਿਆਂ ਨਾਲ ਸੰਸਾਰ ਫਸਿਆ ਪਿਆ, ਬਹੁ ਬਿਧ ਇਹ ਸੰਸਾਰ, ਜਿਸ ਨੂੰ ਰੱਖੇ ਸੋ ਰਹੇ, ਸਮਰੱਥ ਪੁਰਖ ਅਪਾਰ। ਜਿਹੜਾ ਉਹਦੇ ਨਾਲ ਜੁੜ ਜਾਂਦਾ ਉਹ ਬਚ ਜਾਂਦਾ, ਨਹੀਂ ਤੇ ਸੰਸਾਰ ਬੜਿਆਂ ਤਰੀਕਿਆਂ ਨਾਲ ਖੱਜਲ ਹੋ ਰਿਹਾ। ਹਰ ਜਨ ਹਰ ਲਿਵ ਉਧਰੇ, ਨਾਨਕ ਸਦ ਬਲਿਹਾਰ। ਹਰੀ ਦਾ ਜਨ ਸੱਚ ਨਾਲ ਲਿਵ ਲਾ ਕੇ ਬਚ ਜਾਂਦਾ। ਤੇ ਮੈਂ ਐਸੇ ਗੁਰੂ ਤੋਂ, ਐਸੇ ਮਾਲਕ ਤੋਂ ਕੁਰਬਾਨ ਜਾਣਾ, ਜਿਹਨੇ ਮੈਨੂੰ ਵਿਖੜਿਆਂ ਰਾਹਾਂ 'ਚੋਂ ਬਚਾ ਕੇ ਤੇ ਸਿੱਧੇ ਰਸਤੇ 'ਤੇ ਪਾਤਾ। ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੇ ਗੁਰ ਚਰਨ ਪਿਆਰੇ। ਆਓ ਗੁਰੂ ਬਖਸ਼ਿਸ਼ ਕਰੇ ਉਹ ਮਹਾਨ ਯੋਧੇ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਛੋਟੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਜਿਨ੍ਹਾਂ ਨੇ 2 ਫਤਿਹਗੜ੍ਹ ਸਾਹਿਬ ਸਰਹੰਦ ਦੀਆਂ ਦੀਵਾਰਾਂ ਵਿੱਚ ਜਿਨ੍ਹਾਂ ਨੂੰ ਚਿਣ ਕੇ ਸ਼ਹੀਦ ਕੀਤਾ ਗਿਆ। ਵੱਡੇ ਸਾਹਿਬਜ਼ਾਦੇ ਲੜ ਕੇ ਮੈਦਾਨੇ ਜੰਗ ਵਿੱਚ ਚਮਕੌਰ ਸਾਹਿਬ ਦੀ ਗੜੀ 'ਚ ਸ਼ਹਾਦਤ ਦਾ ਜਾਮ ਪੀਂਦੇ ਨੇ। ਮਾਤਾ ਗੁਜਰ ਕੌਰ ਜੀ ਨੂੰ ਇਹਨਾਂ ਦੁਸ਼ਟਾਂ ਨੇ ਧੱਕਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਅਨੇਕਾਂ ਗੁਰੂ ਕੇ ਪਿਆਰੇ ਸਿੱਖ ਜਿਨ੍ਹਾਂ ਨੇ ਸ਼ਹਾਦਤ ਦੇ ਜਾਮ ਪੀਤੇ, ਉਹਨਾਂ ਸਾਰਿਆਂ ਦੀ ਮਿੱਠੀ ਅਤੇ ਪਿਆਰੀ ਯਾਦ ਨੂੰ ਸਮਰਪਿਤ ਅੱਜ ਦਾ ਇਹ ਗੁਰਮਤਿ ਸਮਾਗਮ, ਜਿਸ ਵਿੱਚ ਆਪਾਂ ਸਾਰਿਆਂ ਨੇ ਹਾਜ਼ਰੀ ਭਰੀ ਹੈ, ਨਾਲ ਨਾਲ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸ਼ਬਦ ਆਪਾਂ ਵਿਚਾਰਿਆ, ਸਾਂਝਾ ਕੀਤਾ। ਆਓ ਆਪਣੇ ਘਰਾਂ 'ਚ ਸਹਿਜ ਪਾਠ ਕਰੋ, ਬਾਣੀ ਪੜ੍ਹਿਆ ਕਰੋ, ਭਾਵੇਂ ਇੱਕ ਸ਼ਬਦ ਰੋਜ਼ ਪੜ੍ਹੋ, ਅੱਧਾ ਪੜ੍ਹੋ, ਪਰ ਬਾਣੀ ਪੜ੍ਹਨ ਦੀ ਆਪਣੇ ਘਰਾਂ ਜ਼ਰੂਰ ਆਦਤ ਪਾਓ। ਆਪਣੇ ਬੱਚੇ ਨੂੰ ਫਤਿਹ ਬੁਲਾਉਣ ਦੀ ਆਦਤ ਪਾਓ। ਨਸ਼ਿਆਂ ਤੋਂ ਰਹਿਤ ਸੋਹਣਾ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾਈਏ। ਕੋਈ ਧੱਕੇ ਨਾਲ ਸਾਡੇ ਮੂੰਹ 'ਚ ਨਸ਼ਾ ਨਹੀਂ ਪਾਉਂਦਾ। ਆਪਣੇ ਆਪ ਨੂੰ ਇੰਨਾ ਤਗੜਾ ਕਰ ਲਓ ਕਿ ਨਾ ਭਾਈ ਆਹ 22 ਦੀਆਂ ਵੋਟਾਂ ਆਉਣੀਆਂ ਨੇ, ਐਵੇਂ 1000 2-2000 ਦੀਆਂ ਬੋਤਲਾਂ 500 1000 ਦੇ ਉੱਤੇ ਆਪਣਾ ਜ਼ਮੀਰ ਨਾ ਵੇਚਿਓ। ਸਿਆਣੇ ਬਣਿਓ। ਕਿਹੜਾ ਲੀਡਰ ਚੁਣਨਾ ਮਰਜ਼ੀ ਤੁਹਾਡੀ ਹੈ, ਪਰ ਚੁਣਿਓ ਉਹ ਜਿਹੜਾ ਸਿਆਣਾ ਹੋਵੇ, ਤੁਹਾਨੂੰ ਲੱਗੇ ਵੀ ਆਹ ਦੂਜਿਆਂ ਨਾਲੋਂ ਥੋੜ੍ਹਾ ਜਿਹਾ
फर्क है, ये मर्जी तुसी अपनी करनी है, पर कम से कम इन्ने सियाने बन जाओ कि सानू कोई शराब दियां बोतलां पेटियां वंड के साडे कोलों 5 साल लिखा के ना लै जाए। तो जे फिर वो कुछ करना तो दूजा चेता रखियो, इन्हां सरकारां दी बदौलत साडे बजुर्ग सड़कां ते रुले ने 1 साल। ये भी चेता रखियो 1 साल 13 दिन साडे बजुर्ग साडियां मावां उत्थे लगातार उत्थे धरने ते रहे ने, ते 700 तो वध लाशां आईयां ने पंजाब। ये सारा कुछ सीन अपने सुरत विच चितर के रखियो वोटां पाउण तो पहलां। ये मेरी हथ जोड़ के बेनती है सारियां दे अगे, इहो ही बेनती करदा साध संगत जी, गुरबाणी पढ़ो, गुरु ग्रंथ साहिब तो सिवाए किसी होर अगे मत्था नहीं टेकना। आगे आवे सिंह जो पावै, वाहिगुरू जी की फतेह बुलावे। फतेह गज के बुलाया करो। बस एक चेता रखो, सिर गुरु ग्रंथ साहिब तो सिवाए किसी होर अगे नहीं झुकाउणा, नमस्कार गुरु ग्रंथ साहिब जी अगे करनी है। बस ये चेता रखना, वड्डियां दा सत्कार करो, प्यार ना घरां च रहो, बच्चों नूं चंगे संस्कार दिओ। इहो सानू गुरु पातशाह की सिक्ख्या है। सारिਆਂ ਦਾ ਧੰਨਵਾਦ। इथों की समुची प्रबंधक कमेटी, नौजवान वीर, साड़ियाँ भैणां, लंगर बनाने वाले, लंगर वरताउण वाले, साउंड वाले वीर, सारे इथों के ग्रंथी साहबान जिन्हां रल मिल के ये योग उपराला किया है। तुसीं गुरु की गोद विच बैठे हो। मालिक कृपा करे साडे घरां च गुरमत आवे ते मनमत असीं अपने घरां चों हूंज के बाहर कर दईए। अदब सत्कार नाल फतेह बुलाओ ते गज के आखो जी, वाहिगुरू जी का खालसा, वाहिगुरू जी की फतेह।